सत श्री अकाल, मैं तुहाडे नाल जसमीत। विधान सभा चोणां 2022 कुछ खासा समा नहीं बचिया है ते सारियां ही सियासी पार्टियां पूरी तरह दे नाल सरगर्म हो चुकियां ने। पार्टियां दे वल्लों आपो अपने उम्मीदवार भी ऐलाने जा रहे हैं। इस तरह श्रोमणी अकाली दल दे वल्लों विधान सभा हलका कोटकपुरा तो एक बार फिर तो मनतार सिंह बराड़ नूं उम्मीदवार ऐलान दिता गया है। मनतार सिंह बराड़ पहलों 5 चोणां लड़ चुके ने, 3 वार दे विधायक रह चुके ने ਅਤੇ ਉਹਨਾਂ ਦੀ 6ਵੀਂ ਚੋਣ ਹੋਏਗੀ। ਸਭ ਤੋਂ ਪਹਿਲੀ ਚੋਣ 1997 ਦੇ ਵਿੱਚ ਲੜੀ ਸੀ। 16000 ਤੋਂ ਵੱਧ ਵੋਟਾਂ ਦੇ ਨਾਲ ਇਹ ਚੋਣ ਉਹਨਾਂ ਨੇ ਜਿੱਤੀ ਸੀ। ਫਿਰ 2002 ਦੇ ਵਿੱਚ 2000 ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ। ਫਿਰ 2017 ਦੇ ਵਿੱਚ ਵੀ ਉਹ ਚੋਣਾਂ ਜਿੱਤੇ 18000 ਤੋਂ ਵੱਧ ਵੋਟਾਂ ਦੇ ਨਾਲ। 2 ਵਾਰ ਚੋਣਾਂ ਉਹ ਹਾਰ ਗਏ, 5 ਵਾਰ ਚੋਣਾਂ ਲੜੇ, 3 ਵਾਰ ਵਿਧਾਇਕ ਰਹੇ ਤੇ ਉਹਨਾਂ ਦੀ 6ਵੀਂ ਚੋਣ ਹੋਏਗੀ। ਸਾਡੇ ਨਾਲ ਕੋਟਕਪੂਰਾ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ मनतार सिंह बराड़ मौजूद ने। ਉਹਨਾਂ ਰੁਕਣਗੇ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਧੰਨਵਾਦ ਜੀ। ਤੇ ਤੁਸੀਂ 5 ਚੋਣਾਂ ਲੜ ਚੁੱਕੇ ਹੋ, ਇਹ ਤੁਹਾਡੀ 6ਵੀਂ ਚੋਣ ਹੈ। ਕਿੰਨੀ ਕੁ ਲੱਗ ਹੋਏਗੀ ਇਹ ਚੋਣ? ਦੇਖੋ ਜੀ, ਅੱਗੇ ਨਾਲੋਂ ਬਹੁਤ ਮਾਹੌਲ ਦਾ ਫਰਕ ਪੈ ਗਿਆ। ਜਦੋਂ ਮੈਂ ਪਹਿਲੀ ਚੋਣ ਲੜੀ ਸੀ ਉਦੋਂ ਪਿੰਡ ਦੇ ਵਿੱਚ 94 ਬੰਦੇ ਹੁੰਦੇ ਸੀਗੇ ਜਿਹੜੇ ਆਗੂ ਹੁੰਦੇ ਸੀਗੇ ਤੇ ਅੱਜ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਹੀ ਆਗੂ ਹੈਗਾ। ਇਸ ਕਰਕੇ ਹੁਣ ਥੋੜੀ ਜਿਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਹਰ ਇੱਕ ਨੂੰ ਅਪਰੋਚ ਕਰਨਾ ਪੈਂਦਾ ਹੈ। ਤੇ ਜੇ मनतार ਬਰਾੜ ਨੂੰ ਇੱਕ ਸਮਾਂ ਦਿੱਤਾ ਗਿਆ ਹੁੰਦਾ, ਇੱਛਾ ਦਿੱਤੀ ਗਈ ਹੁੰਦੀ ਤਾਂ ਆਪਣੇ ਇੱਛਾ ਦੇ ਮੁਤਾਬਕ ਕਿਹੜਾ ਹਲਕਾ ਚੂਜ਼ ਕਰਦੇ? ਇਹ ਸਾਡਾ ਜਿਹੜਾ ਕੋਟਕਪੂਰਾ ਹਲਕਾ ਹੈ, ਪਹਿਲਾਂ ਮੇਰੇ ਫਾਦਰ ਸਾਹਿਬ ਇੱਥੋਂ ਇਲੈਕਸ਼ਨ ਲੜੇ ਆ ਜੀ। 1972 'ਚ ਉਹ ਇਲੈਕਸ਼ਨ ਲੜੇ, ਉਹ ਜਿੱਤੇ ਔਰ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਅਕਾਲੀ ਦਲ ਦੇ 1972 ਤੋਂ ਲੈ ਕੇ 77 ਤੱਕ। ਫਿਰ ਉਹ 77 ਦੇ ਵਿੱਚ ਚੋਣ ਲੜੇ ਤੇ 77 ਦੇ ਵਿੱਚ ਉਹ ਵੱਡੇ ਮਾਰਜਨ ਨਾਲ ਹਿੰਦੁਸਤਾਨ 'ਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਨੰਦਨੀ ਸਤਪਤੀ ਇੱਕ ਮੁੱਖ ਮੰਤਰੀ ਹੋਈ ਕਿਸੇ ਸਟੇਟ ਦੀ, ਉਹਨਾਂ ਦੀਆਂ ਵੋਟਾਂ ਸਭ ਤੋਂ ਵੱਧ ਸੀ। 2 ਨੰਬਰ 'ਤੇ ਮੇਰੇ ਫਾਦਰ ਸਾਹਿਬ ਦੀਆਂ ਵੋਟਾਂ ਸੀ, ਜਿੱਤੇ ਸੀਗੇ ਉਹ। ਔਰ ਉਸ ਤੋਂ ਬਾਅਦ ਉਹ 80 ਤੋਂ ਕੋਟਕਪੂਰੇ ਤੋਂ ਚੋਣ ਨਹੀਂ ਲੜੇ, ਉਹ ਫਰੀਦਕੋਟ ਤੋਂ ਲੜੇ ਸੀ। ਉੱਥੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਸੀ। ਉਸ ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਨੂੰ ਅਧਰੰਗ ਦਾ ਅਟੈਕ ਹੋ ਗਿਆ 82 ਦੇ ਵਿੱਚ। ਉਦੋਂ ਬਾਅਦ ਉਹ ਐਕਟਿਵ ਪੋਲੀਟਿਕਸ 'ਚ ਪਾਰਟੀਸਪੇਟ ਨਹੀਂ ਕਰ ਸਕੇ। ਮੈਂ ਉਦੋਂ ਬੜਾ ਛੋਟਾ ਸੀਗਾ ਅਤੇ ਕਿਉਂਕਿ ਅਸੀਂ ਪੋਲੀਟੀਕਲ ਫੈਮਿਲੀ ਸੀਗੇ ਅਤੇ ਲੋਕ ਆ ਜਿਹੜੇ ਪਿਆਰ ਸਤਿਕਾਰ ਕਰਦੇ ਸੀਗੇ, ਸਾਦੇ ਸੀਗੇ ਫੰਕਸ਼ਨਾਂ ਦੇ ਉੱਤੇ। ਔਰ ਜਦੋਂ ਉੱਥੇ ਫੰਕਸ਼ਨਾਂ ਦੇ ਉੱਤੇ ਜਾਈਦਾ ਸੀਗਾ ਅਤੇ ਉਹ ਮੇਰੇ ਫਾਦਰ ਸਾਹਿਬ ਨੇ ਕਹਿਣਾ ਕਿ ਕਾਕਾ ਤੂੰ ਜਾਇਆ, ਨਾਲੇ ਤਾਂ ਮੈਂ ਆਪਦੀ ਪੜ੍ਹਾਈ ਵੀ ਜਾਰੀ ਰੱਖੀ, ਨਾਲ ਵਿੱਚੋਂ ਟਾਈਮ ਕੱਢ ਕੇ ਮੈਂ ਜਿਹੜੇ ਹਲਕੇ ਦੇ ਵਿੱਚ ਕੋਈ ਫੰਕਸ਼ਨ ਹੁੰਦੇ ਸੀ, ਵਿਆਹ ਦਾ, ਸ਼ਾਦੀ ਦਾ ਜਾਂ ਕੋਈ ਹੋਰ ਸਮਾਜਿਕ ਫੰਕਸ਼ਨ ਹੁੰਦਾ ਸੀਗਾ, ਉੱਥੇ ਮੈਂ ਜਾਣ ਲੱਗ ਗਿਆ। ਇਸ ਤਰੀਕੇ ਨਾਲ ਮੈਂ ਪੋਲੀਟਿਕਸ ਦੇ ਵਿੱਚ ਆ ਗਿਆ। ਤੇ ਇਸ ਵਾਰ ਕਿਹੜੇ ਉਹ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ मनतार ਬਰਾੜ ਲੋਕਾਂ ਦੇ ਵਿੱਚ ਜਾਣਗੇ, ਲੋਕ ਉਹਨਾਂ ਨੂੰ ਸੁਣਨਗੇ ਤੇ ਉਹਨਾਂ ਨੂੰ ਵੋਟਾਂ ਦੇਣਗੇ? ਪਹਿਲਾ ਤਾਂ ਵਿਕਾਸ ਦਾ ਮੁੱਦਾ। ਮੈਂ ਕਹਿ ਸਕਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਯਤਨਾਂ ਸਦਕਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਯਤਨਾਂ ਸਦਕਾ ਅਸੀਂ ਵਿਕਾਸ ਬਹੁਤ ਕਰਾਇਆ ਕੋਟਕਪੂਰੇ ਹਲਕੇ ਦੇ ਵਿੱਚ। ਘੱਟੋ ਘੱਟ 650 ਕਰੋੜ ਰੁਪਈਆ ਲਵਾਇਆ ਹੋਣਾ ਕੋਟਕਪੂਰੇ ਹਲਕੇ ਦੇ ਵਿੱਚ। ਔਰ ਇਸ ਤੋਂ ਇਲਾਵਾ ਡਿਵੈਲਪਮੈਂਟ ਦੇ ਵਿੱਚ ਕੋਟਕਪੂਰੇ ਅਸੀਂ ਤਹਿਸੀਲ ਬਣਾਈ, ਕੋਟਕਪੂਰੇ ਪੁਲ ਬਣਾਏ 2, ਕੋਟਕਪੂਰੇ ਅਸੀਂ ਗ੍ਰਿਡ ਬਣਾਏ, ਸ਼ਹਿਰ ਦੇ ਵਿੱਚ ਵੀ ਗ੍ਰਿਡ ਨਵਾਂ ਬਣਾਇਆ 132 kV ਦਾ, ਅਤੇ ਪਿੰਡਾਂ ਦੇ ਵਿੱਚ ਵੀ ਕਲੀਅਰ ਬਣਾਇਆ, ਮੋੜ ਬਣਾਇਆ। ਪਹਿਲਾਂ ਵੀ ਜਿਹੜੇ ਗ੍ਰਿਡ ਬਣੇ ਹੋਏ ਸੀਗੇ ਉਹ ਅਕਾਲੀ ਸਰਕਾਰ ਦੇ ਸਮੇਂ ਬਣੇ। ਕੋਟ ਸੁਖੀਆ ਪਿੰਡ ਬਣਿਆ, ਫਿੱਡੇ ਪਿੰਡ ਬਣਿਆ। ਬਿਜਲੀ ਦੇ ਖੇਤਰ ਦੇ ਵਿੱਚ ਡਿਵੈਲਪਮੈਂਟ ਬਹੁਤ ਕੀਤੀ। ਸ਼ਹਿਰ ਦੇ ਵਿੱਚ ਤਾਰਾਂ ਸਾਰੀਆਂ ਬਦਲਣ ਵਾਸਤੇ 9 ਕਰੋੜ ਰੁਪਈਆ ਦਿੱਤਾ ਸ਼ਹਿਰ ਨੂੰ। ਇਵੇਂ ਇੱਕ ਆਪਣਾ ITI ਹੈ ਸਾਡੀ ਲੜਕੀਆਂ ਦੀ, ਉਹ ਸਰਕਾਰੀ ਬਿਲਡਿੰਗ ਸੀਗੀ, ਮਿਊਨਿਸਪਲ ਕਮੇਟੀ ਦਾ ਪੁਰਾਣਾ ਦਫ਼ਤਰ ਸੀਗਾ, ਉਹ PWD ਨੇ ਉਸ ਦਫ਼ਤਰ ਨੂੰ ਅਨਸੇਫ ਡਿਕਲੇਅਰ ਕਰਤਾ ਸੀਗਾ ਅਤੇ ਉਹ 4 ਸਾਲ ਬੰਦ ਪਈ ਰਹੀ ITI। ਫਿਰ 4.5 ਕਰੋੜ ਰੁਪਈਆ ਲਾ ਕੇ ਨਵੀਂ ITI ਬਣਾਈ। ਫਿਰ ਇਸੇ ਤਰ੍ਹਾਂ ਹੀ ਸਿਵਲ ਹਸਪਤਾਲ ਦੀ ਸਾਰੀ ਬਿਲਡਿੰਗ ਹੈ ਜਿਹੜੀ ਉਹ ਨਵੀਂ ਖੜੀ ਕੀਤੀ, ਸਾਰੀ 5 ਕਰੋੜ ਰੁਪਈਆ ਘੱਟੋ ਘੱਟ ਲਾਇਆ। 4.5 ਕਰੋੜ ਰੁਪਈਆ ਪਹਿਲਾਂ ਲਾਇਆ ਸੀ, 5 ਕਰੋੜ ਰੁਪਈਆ ਬਾਅਦ ਦੇ ਵਿੱਚ ਲਾਇਆ। ਫਿਰ ਇਸੇ ਤਰ੍ਹਾਂ ਹੀ ਸ਼ਹਿਰ ਵਾਸਤੇ ਅਸੀਂ 23 ਕਰੋੜ ਰੁਪਈਆ ਮਿਊਨਿਸਪਲ ਕਮੇਟੀ ਨੂੰ ਦਿੱਤਾ, ਜਿਹੜੀਆਂ ਜਿੱਥੇ ਸੀਵਰੇਜ ਪਹਿਲਾਂ ਪਿਆ ਵਾ ਸੀਗਾ ਉਹ ਸਭ ਗਲੀਆਂ ਬਣਾਉਣ ਵਾਸਤੇ ਅਤੇ ਸਟਰੀਟ ਲਾਈਟ ਵਾਸਤੇ। ਇਸੇ ਤਰ੍ਹਾਂ ਹੀ 116 ਕਰੋੜ ਰੁਪਈਏ ਦਾ ਪ੍ਰੋਜੈਕਟ ਅਸੀਂ ਸੀਵਰੇਜ ਦਾ ਲੈ ਕੇ ਆਂਦਾ 2016 ਜਨਵਰੀ ਦੇ ਵਿੱਚ। ਔਰ ਉਹਦਾ ਕੰਮ ਲਗਭਗ ਅਸੀਂ ਸਾਡੇ 2017 ਦੀ ਇਲੈਕਸ਼ਨ ਤੋਂ ਪਹਿਲਾਂ 35-37% ਕੰਮ ਅਸੀਂ ਕਰਾ ਲਿਆ ਸੀਗਾ ਅਤੇ ਉਸ ਤੋਂ ਬਾਅਦ ਫਿਰ ਉਹ ਸਲੋਅ ਹੋ ਗਿਆ। ਇਸ ਦੇ ਨਾਲ ਮੈਂ 90 ਕਰੋੜ ਰੁਪਈਆ ਨਵੀਆਂ ਕੱਸੀਆਂ ਅਤੇ ਨਵੇਂ ਸੂਏ ਬਣਾਉਣ ਵਾਸਤੇ ਜਾਂ ਸੂਇਆਂ ਦੀ ਰਿਪੇਅਰ ਵਾਸਤੇ ਖਰਚ ਕੀਤਾ। ਪਾਣੀ ਦੀ ਕਮੀ ਨਹੀਂ ਇਲਾਕੇ 'ਚ ਆਉਣ ਦਿੱਤੀ। ਇਸੇ ਤਰ੍ਹਾਂ ਹੀ 63 ਕਰੋੜ ਰੁਪਈਆ ਜੋ ਪੱਕੇ ਖਾਲ ਆ ਕੋਟਕਪੂਰੇ ਹਲਕੇ ਦੇ ਵਿੱਚ ਉਹਨਾਂ ਦੇ ਉੱਤੇ ਲਾਇਆ। ਇਸੇ ਤਰ੍ਹਾਂ ਹੀ ਅੰਡਰਗਰਾਊਂਡ ਪਾਈਪਾਂ ਜਿਹੜੀਆਂ ਸੋਇਲ ਕੰਜ਼ਰਵੇਸ਼ਨ ਮਹਿਕਮਾ ਪਾਉਂਦਾ, ਐਗਰੀਕਲਚਰ ਦੇ ਅਧੀਨ ਆਉਂਦਾ ਮਹਿਕਮਾ,
ਲਗਭਗ ਉਹ 36 ਕਰੋੜ ਰੁਪਏ ਦੀਆਂ ਪਾਈਪਾਂ ਸਾਡੇ ਹਲਕੇ ਦੇ ਵਿੱਚ ਅਸੀਂ ਪਵਾਈਆਂ। ਅਨੇਕਾਂ ਮੋਗੇ ਲਵਾ ਕੇ ਦਿੱਤੇ, ਲਿਫਟ ਪੰਪ ਲਵਾ ਕੇ ਦਿੱਤੇ। 47 ਲਿਫਟ, ਪਹਿਲਾਂ 5 ਲਿਫਟ ਪੰਪ ਸੀ ਸਾਰੇ, ਮੈਂ 47 ਲਿਫਟ ਪੰਪ ਨਵੇਂ ਲਵਾਏ ਆਪਦੇ ਹਲਕੇ ਦੇ ਵਿੱਚ। ਨਹਿਰ ਦੇ ਵਿੱਚੋਂ ਜਿਹੜਾ ਸਿੱਧੀ ਸਿੰਚਾਈ ਜ਼ਮੀਨਾਂ ਨੂੰ ਨਹਿਰੀ ਪਾਣੀ ਮਿਲ ਸਕੇ। ਔਰ ਉਹ ਜ਼ਮੀਨ ਜਿਹੜੀ ਜ਼ਮੀਨ 20,000 ਚ ਵੀ ਠੇਕੇ ਤੇ ਨਹੀਂ ਸੀ ਲੱਗਦੀ, ਜਾਂ ਜਿੱਥੇ 20-25,000 ਦੀ ਫਸਲ ਨਹੀਂ ਸੀ ਹੁੰਦੀ, ਉਹ 60,000 ਦੇ ਠੇਕੇ ਤੇ ਲੱਗਣ ਲੱਗੀ ਤੇ ਉੱਥੇ ਪੂਰੀ ਫਸਲ ਹੋਣ ਲੱਗੀ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਕਾਸ ਪ੍ਰੋਜੈਕਟ ਲਿਆਂਦੇ, ਸੀਵਰੇਜ ਦਾ ਕੰਮ ਹੈ ਜਿਹੜਾ ਨੇਪਰੇ ਚਾੜਿਆ, ਪੀਣ ਵਾਲੇ ਪਾਣੀ ਦੀ ਲੋਕਾਂ ਨੂੰ ਸਹੂਲਤ ਦਿੱਤੀ ਗਈ, ਪਰ ਤੁਹਾਡੇ ਕੋਟਕਪੂਰੇ ਦੇ ਵਿੱਚ ਪ੍ਰੇਮ ਨਗਰ ਲੈ ਲਓ, ਦੁਆਰਿਆਣਾ ਰੋਡ ਲੈ ਲਓ, ਉੱਥੇ ਹਲੇ ਵੀ ਸੀਵਰੇਜ ਦੀ ਸਮੱਸਿਆ ਬਹੁਤ ਹੈ। ਇਸ ਤਰ੍ਹਾਂ ਨਾ ਜੀ, ਮੈਂ ਜਦੋਂ ਦੱਸਿਆ ਤੁਹਾਨੂੰ ਵੀ ਅਸੀਂ ਜਨਵਰੀ-ਫਰਵਰੀ 'ਚ ਕੰਮ ਸਟਾਰਟ ਕੀਤਾ ਸੀਗਾ, ਇਹ ਸਾਡਾ ਕੰਪਨੀ ਨਾਲ ਜਿਹੜਾ ਐਗਰੀਮੈਂਟ ਸੀਗਾ ਉਹ 31 ਮਾਰਚ 2019 ਤੱਕ ਕੰਪਲੀਸ਼ਨ ਦਾ ਸੀਗਾ। ਇਹ ਸ਼ਪੂਰ ਜੀ ਭੁੱਲਣ ਜੀ ਕੰਪਨੀ ਹੈ, ਟਾਟਾ ਵਾਲਿਆਂ ਦੀ ਹੈ ਕੰਪਨੀ, ਇਹ ਉਹਨਾਂ ਕੋਲੇ ਸੀਗਾ ਟੈਂਡਰ। ਇਹ ਬਦਕਿਸਮਤੀ ਨਾਲ ਸਾਡੀ ਸਰਕਾਰ ਚਲੀ ਗਈ, ਨਹੀਂ ਤਾਂ ਇਹ ਕੰਮ ਨੇਪਰੇ ਚੜ ਜਾਣਾ ਸੀ। ਤੇ ਫਿਰ ਕੰਮ ਲੇਟ ਕਿਉਂ ਸ਼ੁਰੂ ਕੀਤਾ ਗਿਆ? ਪਹਿਲਾਂ ਤੋਂ ਸ਼ੁਰੂ ਕਰਨਾ ਚਾਹੀਦਾ। ਪਹਿਲਾਂ ਇਹ ਐਕਚੁਅਲੀ ਕੀ ਹੈ ਕਿ 2015 ਦੇ ਵਿੱਚ ਇਹਦੀਆਂ ਸਾਡੀਆਂ ਮੀਟਿੰਗਾਂ ਹੋ ਗਈਆਂ ਸੀਗੀਆਂ। 2015 ਸ਼ੁਰੂ ਕਰਨਾ ਸੀਗਾ, ਫਿਰ ਅਚਨਚੇਤ ਜਿਹੜੀ ਉਹ ਘਟਨਾ ਵਾਪਰ ਗਈ, ਜਿਹੜੀ ਬਰਗਾੜੀ ਵਾਲੀ ਘਟਨਾ ਹੈ, ਤੇ ਉਹਦੇ ਕਰਕੇ ਸਾਡਾ ਕੰਮ ਹੈ ਜਿਹੜਾ ਉਹ ਡਿਲੇ ਹੋ ਗਿਆ। ਫਿਰ ਤਾਂ ਲੇਟ ਚਾਲੂ ਹੋਇਆ, ਨਹੀਂ ਤਾਂ ਸ਼ਾਇਦ ਪਹਿਲਾਂ ਹੀ ਹੋ ਜਾਣਾ ਸੀਗਾ। ਆਪਾਂ ਜੇ ਫੋਕਲ ਪੁਆਇੰਟ ਦੀ ਗੱਲ ਕਰੀਏ, ਤੁਸੀਂ ਵੀ ਲੈ ਕੇ ਆਏ ਸੀ ਫੋਕਲ ਪੁਆਇੰਟ? ਨਹੀਂ, ਫੋਕਲ ਪੁਆਇੰਟ ਮੇਰੇ ਤੋਂ ਪਹਿਲਾਂ ਦਾ ਆਇਆ ਵਾ ਜੀ, ਪਰ ਫੋਕਲ ਪੁਆਇੰਟ ਦੀ ਹਾਲਤ ਬੜੀ ਖਸਤਾ ਸੀ। ਉਹਦੇ ਵਾਸਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇੱਥੇ ਬੁਲਾਇਆ ਸੀਗਾ, ਔਰ ਉਹਨਾਂ ਕੋਲ ਇੰਡਸਟਰੀ ਮਹਿਕਮਾ ਵੀ ਸੀਗਾ, ਤੇ ਉਹਨਾਂ ਨੇ ਫੋਕਲ ਪੁਆਇੰਟ ਜਿਹੜਾ ਉਹਨਾਂ ਨੇ ਸਾਨੂੰ 3.5 ਕਰੋੜ ਰੁਪਏ ਦਿੱਤਾ ਸੀਗਾ ਫੋਕਲ ਪੁਆਇੰਟ ਸੀਵਰੇਜ ਪਾਉਣ ਵਾਸਤੇ ਤੇ ਪਲੱਸ ਉਹਦੀਆਂ ਸੜਕਾਂ ਬਣਾਉਣ ਵਾਸਤੇ। ਉਹ ਅਸੀਂ ਬਣਾਈਆਂ ਸੀਗੀਆਂ। ਬਦਕਿਸਮਤੀ ਨਾਲ ਜਦੋਂ ਸਰਕਾਰ ਚਲੀ ਗਈ, ਸਾਡੇ ਵੱਲੋਂ ਇੱਕ ਪ੍ਰੋਜੈਕਟ ਬਣ ਕੇ ਜਾ ਵੜਿਆ। ਇੱਕ ਰੇਲਵੇ ਦੀ ਲਾਈਨ ਹੈ ਜਿਹੜੀ ਮੁਕਤਸਰ ਨੂੰ ਜਾਂਦੀ ਹੈ, ਉਹਦੀ ਕ੍ਰਾਸਿੰਗ ਹੋਣੀ ਸੀ। ਉਹਦੀ ਕ੍ਰਾਸਿੰਗ ਦੇ ਉੱਤੇ ਸਾਨੂੰ ਸਾਲ 1.5 ਸਾਲ ਲੱਗ ਗਿਆ। ਸਾਰਾ ਫੋਕਲ ਪੁਆਇੰਟ ਉਹਦੇ 'ਚ ਫੋਕਲ ਪੁਆਇੰਟ ਦੇ ਵਿੱਚ ਸੀਵਰੇਜ ਪੈ ਗਿਆ ਸੀਗਾ, ਤੇ ਉਹ ਫਿਰ ਬਹੁਤ ਲੇਟ ਆਈ ਮਨਜ਼ੂਰੀ। ਤੇ ਉਦੋਂ ਅੱਗੇ ਫਿਰ ਜਿਹੜਾ ਸ਼ਹਿਰ ਦਾ ਸੀਵਰੇਜ ਪਾਉਣਾ ਸੀਗਾ, ਸਰਕਾਰ ਚੇਂਜ ਹੋ ਗਈ, ਉਹ ਸੀਵਰੇਜ ਨਾ ਪੈ ਸਕਿਆ। ਮਤਲਬ ਇਹ ਕੰਮ ਵੀ ਪਿਛਲੇ ਜਦੋਂ ਥੋੜਾ ਜਿਹਾ ਟਾਈਮ ਰਹਿ ਗਿਆ ਉਦੋਂ ਸ਼ੁਰੂ ਕੀਤਾ ਗਿਆ, ਸਾਲ ਰਹਿ ਗਿਆ ਸੀਗਾ ਜੀ। ਮਤਲਬ ਇਸ ਤਰ੍ਹਾਂ ਕਿਉਂ ਹੁੰਦਾ ਕਿ ਜੋ ਕੰਮ ਸ਼ੁਰੂਆਤ ਵਿੱਚ ਹੀ ਕਰ ਦੇਣੇ ਚਾਹੀਦੇ ਨੇ ਉਹ ਬਾਅਦ ਵਿੱਚ ਕਿਉਂ ਹੁੰਦੇ ਨੇ? ਖਾਸੇ ਲੇਟ ਹੋਏ, ਲੋਕ ਪਰੇਸ਼ਾਨ ਹੁੰਦੇ। ਨਹੀਂ, ਐਸਾ ਹੈ ਜੀ ਕਿ ਪਹਿਲਾਂ ਇਹ ਕੋਈ ਵਿਉਂਤ ਨਹੀਂ ਸੀਗੀ ਕਿ ਸੀਵਰੇਜ ਦੀ ਜਿਹੜੀ ਹੈਗੀ ਆ, ਇਹ ਸੀਗਾ ਕਿ ਸ਼ਹਿਰ ਨੂੰ ਪੈਸੇ ਦੇ ਦਿੰਦੇ ਆ ਤੇ ਸ਼ਹਿਰ ਦੇ ਵਿੱਚ ਗਲੀਆਂ ਗੁਲੀਆਂ ਸਾਰੀਆਂ ਨਵੀਆਂ ਬਣਾਉਂਦੇ। ਜਿਹੜਾ ਸੀਵਰੇਜ ਪਹਿਲਾਂ ਐਗਜ਼ਿਸਟਿੰਗ ਹੈ, ਜਿਹੜਾ ਚੱਲ ਰਿਹਾ 37% ਸੀਵਰੇਜ ਸੀ ਜਿਹੜਾ ਪਹਿਲਾਂ ਪਿਆ ਸੀਗਾ। ਲੇਕਿਨ ਸਾਰਿਆਂ ਨੇ ਡਿਮਾਂਡ ਕੀਤੀ ਕਿ ਆਪਾਂ ਪੈਸੇ ਦਾ ਵੀ ਅਰੇਂਜ ਕਰਨਾ ਹੁੰਦਾ ਜੀ। ਹੁਣ ਟੋਟਲ ਪੰਜਾਬ ਵਾਸਤੇ ਮੇਰਾ ਖਿਆਲ ਲਗਭਗ 5500 ਕਰੋੜ ਰੁਪਈਆ ਰੱਖਿਆ ਸੀਗਾ ਜੀ ਸਾਡਾ। ਇਹਦੇ ਲਈ ਜਿਹੜੇ ਉਹ ਆਪਣੇ ਕਲਸਟਰ ਬਣਾਏ ਗਏ ਸੀਗੇ। ਸਾਡਾ ਫਰੀਦਕੋਟ ਦਾ, ਕੋਟਕਪੂਰੇ ਦਾ ਤੇ ਜੈਤੋ ਦਾ ਇੱਕੋ ਜਿਹੜਾ ਗਰੁੱਪ ਸੀਗਾ, ਕਲਸਟਰ ਬਣਿਆ ਸੀਗਾ। ਇਹਦਾ 272 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ। 116-17 ਕਰੋੜ ਰੁਪਏ ਫਰੀਦਕੋਟ 'ਤੇ ਲੱਗਣੇ ਸੀ, 116-17 ਕਰੋੜ ਰੁਪਏ ਕੋਟਕਪੂਰੇ 'ਤੇ ਲੱਗਣੇ ਸੀ, ਕੋਈ ਲਗਭਗ 50 ਕਰੋੜ 55 ਕਰੋੜ ਰੁਪਏ ਜੈਤੋ ਦੇ ਵਿੱਚ ਲੱਗਣੇ ਸੀਗੇ। ਇਸ ਕਰਕੇ ਪੈਸੇ ਦਾ ਵੀ ਇੰਤਜ਼ਾਮ ਕਰਨਾ ਹੁੰਦਾ, ਥੋੜ੍ਹਾ ਬਹੁਤਾ ਡਿਲੇ ਇਸ ਕਰਕੇ ਵੀ ਹੋ ਜਾਂਦਾ ਹੈ ਜੀ। ਤੇ ਇੱਕ ਕੰਪਲੈਕਸ ਬਣਾਉਣ ਦੀ ਵੀ ਗੱਲ ਚੱਲੀ ਸੀ। ਕੋਟਕਪੂਰਾ ਬੱਤੀਆਂ ਵਾਲੇ ਚੌਂਕ ਤੋਂ ਰੇੜੀ ਫੜੀ ਵਾਲਿਆਂ ਨੂੰ ਉਠਾ ਦਿੱਤਾ ਗਿਆ ਸੀ ਕਿ ਇੱਕ ਕੰਪਲੈਕਸ ਬਣਾਉਣਾ ਹੈ। ਉਹ ਪ੍ਰੋਜੈਕਟ ਕਿੱਥੇ ਤੱਕ ਹੈ? ਨਹੀਂ, ਸਾਡੇ ਵੇਲੇ ਕੰਪਲੈਕਸ ਦੀ ਕੋਈ ਗੱਲ ਨਹੀਂ ਚੱਲੀ। ਬੱਤੀਆਂ ਵਾਲਿਆਂ ਨੂੰ, ਰੇੜੀ ਵਾਲਿਆਂ ਨੂੰ ਜਿਹੜਾ ਹੈਗਾ ਪੁਲਿਸ ਦੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਹਟਾਇਆ ਸੀਗਾ। ਉਹ ਮੰਡੀ ਦੇ ਵਿੱਚ ਬੈਠਦੇ ਸੀਗੇ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਰੇਲਵੇ ਲਾਈਨ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਚੇਂਜ ਕਰਕੇ ਉੱਥੋਂ ਰੇਲਵੇ ਲਾਈਨ ਦੇ ਉੱਤੇ ਮੇਨ ਬਾਜ਼ਾਰ 'ਚੋਂ ਚੱਕ ਕੇ ਉਹਨਾਂ ਨੂੰ ਰੇਲਵੇ ਲਾਈਨ ਦੇ ਨਾਲ ਉਹ ਜਿਹੜੀਆਂ ਉਹਨਾਂ ਨੂੰ ਜਗ੍ਹਾ ਦਿੱਤੀ ਸੀ, ਅਲਾਟ ਕਰਤੀ ਸੀ, ਔਰ ਉੱਥੇ ਉਹਨਾਂ ਨੇ ਆਪਦੇ ਸ਼ੈੱਡ ਬਣਾਏ ਆ ਜੀ ਜਿਹੜੇ ਹੈਗੇ। ਉਹਨੇ ਮਿਊਨਿਸਪਲ ਕਮੇਟੀ ਨੇ ਬਣਾ ਕੇ ਜਗ੍ਹਾ ਦਿੱਤੀ ਹੈ ਉਹਨਾਂ ਨੂੰ ਜਿਹੜੀ ਹੈਗੀ ਹੈ, ਤੇ ਸ਼ੈੱਡ ਉਹਨਾਂ ਨੇ ਆਪਣੇ ਆਪ ਬਣਾਏ ਆ। ਤੇ ਇੱਕ ਹੋਰ ਵੀ ਕਿ 70 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਆਪਣੇ ਦੇਸ਼ ਨੂੰ ਆਜ਼ਾਦ ਹੋਇਆ। ਲੋਕਾਂ ਨੂੰ ਰੰਜ ਹੈ ਕਿ ਸਾਡੇ ਏਰੀਏ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਕੋਈ ਫੈਕਟਰੀ ਨਹੀਂ ਲਿਆਂਦੀ ਗਈ। ਸਿਆਸਤਦਾਨ ਬਹੁਤ ਆਏ, ਔਰ ਦੂਸਰਾ ਕੋਟਕਪੂਰਾ ਕੋਟਨ ਹੱਬ ਦੇ ਵਜੋਂ ਜਾਣਿਆ ਜਾਂਦਾ ਸੀ। ਇਸ ਵਕਤ ਕੋਟਕਪੂਰਾ ਦੇ ਵਿੱਚ ਕੋਈ ਫੈਕਟਰੀ ਨਹੀਂ ਹੈ। ਇਸ ਤਰ੍ਹਾਂ ਹੈ ਕਿ ਜਿਹੜੀ ਆ ਰਿਫਾਈਨਰੀ ਹੈ, ਇਹ ਬੀੜ ਸਿਖਾਲੇ 'ਚ ਮਤਲਬ ਇੱਥੇ ਲਾਉਣੀ ਚਾਹੁੰਦੇ ਸੀਗੇ ਅਸੀਂ, ਲੇਕਿਨ ਲੋਕਲ ਵਿਰੋਧ ਹੋ ਗਿਆ। ਲੋਕਲ ਵਿਰੋਧ ਕਰਕੇ ਫਿਰ ਇਹ ਫੈਕਟਰੀ ਇੱਥੇ ਨਹੀਂ ਲੱਗ ਸਕੀ, ਨਹੀਂ ਤਾਂ ਸ਼ਾਇਦ ਲੱਗ ਜਾਂਦੀ ਹੈ। ਆਪਾਂ ਇਲੈਕਸ਼ਨ 2022 ਦੀ ਗੱਲ ਕਰ ਲਈ ਇੱਕ ਵਾਰ ਫਿਰ। ਇਸ ਵਾਰ ਦੀ ਜੋ ਫਾਈਟ ਹੋਏਗੀ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਅਕਾਲੀ ਦਲ ਦੇ ਵੱਲੋਂ ਤੁਸੀਂ ਹੋ, ਕਾਂਗਰਸ ਦੇ ਵੱਲੋਂ ਹਾਲੇ ਕੋਈ ਫੇਸ ਕਲੀਅਰ ਨਹੀਂ ਹੈ। ਭਾਈ ਹਰਪਾਲ ਸਿੰਘ ਕੁੱਕੂ ਦੇ ਸਪੁੱਤਰ ਨੇ ਰਾਹੁਲ ਸਿੱਧੂ, ਉਹਨਾਂ ਨੂੰ ਇੱਥੋਂ ਲੜਾਉਣ ਦੀ ਚਰਚਾ ਚੱਲ ਰਹੀ ਹੈ। ਤੇ ਤੀਜੇ ਪਾਸੇ ਕੁਲਤਾਰ ਸਿੰਘ ਸੰਧਵਾ, ਗਿਆਨੀ ਜ਼ੈਲ ਸਿੰਘ ਦੇ ਗ੍ਰੈਂਡ ਨੈਫਿਊ ਨੇ। ਕਿਸ ਤਰ੍ਹਾਂ ਦੀ ਫਾਈਟ ਦੇਖਦੇ ਹੋ ਤੁਸੀਂ? ਦੇਖੋ ਜੀ, ਫਾਈਟ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਤੇ ਕਾਂਗਰਸ ਦੀ ਹੋਊਗੀ। ਔਰ ਮੈਨੂੰ ਐਂ ਲੱਗਦਾ ਕਿਉਂਕਿ ਮੈਂ ਇਲੈਕਸ਼ਨਾਂ 5 ਇਲੈਕਸ਼ਨਾਂ ਲੜ ਚੁੱਕਿਆ ਕੋਟਕਪੂਰੇ ਤੋਂ ਹੀ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਐਤਕੀ ਸਾਡਾ ਪਲੜਾ ਜਿਹੜਾ ਉਹ ਖਾਸਾ ਭਾਰੀ ਰਹੇਗਾ। ਕਿਉਂਕਿ ਮੈਂ ਜਦੋਂ 97 'ਚ ਇਲੈਕਸ਼ਨ ਲੜਿਆ ਸੀ
ਉਦੋਂ ਜਿਹੜੇ ਮੇਰੀ ਮਦਦ ਕਰਨ ਵਾਲੇ ਸੀ, ਚਾਹੇ ਕੋਈ ਫਾਈਨੈਂਸ਼ੀਅਲ ਮਦਦ ਵਾਲਾ ਸੀ, ਚਾਹੇ ਕੋਈ ਵੋਟਾਂ ਦੇ ਤੌਰ ਤੇ ਮਦਦ ਕਰਨ ਵਾਲਾ ਸੀ, ਉਹ ਮੈਨੂੰ ਫੋਨ ਕਰਕੇ ਪਿੱਛੇ ਪਿੰਡਾਂ ਦੇ ਵਿੱਚ ਜਾ ਕੇ ਕਹਿੰਦੇ ਹੁੰਦੇ ਸੀਗੇ ਤੈਨੂੰ ਆਹ ਬੰਦੇ ਮਿਲਾਉਣੇ, ਤੈਨੂੰ ਆਹ ਬੰਦੇ ਮਿਲਾਉਣੇ ਆ। ਇਹ ਹਾਲਾਤ 2002 'ਚ ਨਹੀਂ ਰਹੇ, ਮੈਂ ਜਿੱਤ ਗਿਆ, ਪਰ ਉਹ ਹਾਲਾਤ 2002 'ਚ ਨਹੀਂ ਰਹੇ, 2007 'ਚ ਵੀ ਨਹੀਂ ਰਹੇ ਉਹ ਹਾਲਾਤ। ਜਦੋਂ ਫਿਰ 2012 ਦਾ ਇਲੈਕਸ਼ਨ ਆਇਆ, ਉਦੋਂ ਫਿਰ ਮੈਨੂੰ ਮਹਿਸੂਸ ਹੋਇਆ ਕਿ ਉਹ ਜਿਹੇ ਹਾਲਾਤ ਆ ਗਏ ਵੀ ਮੈਨੂੰ ਪਿੰਡਾਂ 'ਚ ਬੁਲਾਉਣਾ, ਥਾਂ ਬੁਲਾਉਣਾ, ਮੇਰੇ ਕੋਲ ਜਾਇਆ ਨਾ ਜਾਣਾ ਕਈ ਦਫਾ, ਵੀ ਇਹਨਾਂ ਨੇ ਸ਼ਾਮਲ ਹੋਣਾ, ਇਹਨੇ ਸ਼ਾਮਲ ਹੋਣਾ, ਇਹਨਾਂ ਨੇ ਥੋੜੀ ਮਦਦ ਕਰਨੀ ਹੈ। ਉਹ ਫਿਰ ਇਲੈਕਸ਼ਨ ਮੈਂ 18,000 ਤੋਂ ਉੱਪਰ 18,800 ਵੋਟਾਂ ਦੇ ਉੱਤੇ ਜਿੱਤਿਆ ਸੀਗਾ। ਐਤਕੀ ਜੋ ਗੱਲ ਹੈਗੀ ਹੈ, ਐਤਕੀ ਮੈਨੂੰ ਜੋ ਹਾਲਾਤ 97 'ਚ ਸੀਗੇ ਤੇ ਜੋ 2012 'ਚ ਸੀਗੇ, ਉਹ ਜਿਹੇ ਹਾਲਾਤ ਨਜ਼ਰ ਆ ਰਹੇ ਆ। ਬਿਲਕੁਲ, ਮਤਲਬ ਫਾਈਟ ਲੱਗ ਰਿਹਾ ਕਿ ਕੁਝ ਟਫ ਹੋਏਗੀ ਇਸ ਵਾਰ? ਨਹੀਂ, ਮੈਨੂੰ ਬਹੁਤੀ ਟਫ ਨਹੀਂ ਲੱਗਦੀ ਫਾਈਟ, ਆਸਾਨ ਲੱਗ ਰਹੀ ਹੈ ਕਿ ਹਾਂ ਇਸ ਵਾਰ। ਵੈਸੇ ਟਫ ਸਮਝਣਾ ਚਾਹੀਦਾ ਬੰਦੇ ਨੂੰ, ਪਰ ਮੈਨੂੰ ਟਫ ਲੱਗ ਨਹੀਂ ਰਹੀ। ਤੇ ਆਪਾਂ ਹੁਣ ਬੇਅਦਬੀ ਤੇ ਗੋਲੀकांड ਦੀ ਗੱਲ ਕਰ ਲੈਂਦੇ ਹਾਂ। 2015 ਦੇ ਵਿੱਚ ਬੇਅਦਬੀ ਦਾ ਜਿਹੜਾ ਵਰਤਾਰਾ ਵਾਪਰਨਾ ਸ਼ੁਰੂ ਹੁੰਦਾ ਹੈ, ਮੰਦਭਾਗਾ ਵਰਤਾਰਾ ਇਹ, ਹਲੇ ਤੱਕ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ, ਹਲੇ ਤੱਕ ਸੰਗਤ ਕਹਿ ਰਹੀ ਹੈ ਕਿ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਇਹ ਸਾਡੇ ਸਮੇਂ ਦੇ ਵਿੱਚ, ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਘਟਨਾ ਘਟੀ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ 2 ਜੂਨ ਨੂੰ, ਮੈਂ ਐਕਚੁਅਲੀ ਮੇਰੀ ਇਨ-ਲਾਜ਼ ਦੀ ਫੈਮਿਲੀ ਸਾਰੀ ਜਿਹੜੀ ਹੈਗੀ ਆ ਕੈਨੇਡਾ ਰਹਿੰਦੀ ਹੈ, ਤੇ ਮੇਰੀ ਸਿਸਟਰ ਇਨ-ਲਾ 2 ਹੈਗੀਆਂ, ਇੱਕ ਦੇ ਲੜਕੇ ਦੀ ਤੇ ਇੱਕ ਦੀ ਲੜਕੀ ਦੀ ਸ਼ਾਦੀ ਸੀਗੀ, ਉਹਨਾਂ ਦਾ 100 ਮਹੀਨੇ ਦਾ ਵਕਫਾ ਸੀਗਾ। ਤੇ ਮੈਂ 29 ਮਈ ਨੂੰ ਕੈਨੇਡਾ ਚਲਾ ਗਿਆ ਸੀਗਾ, ਤੇ ਉੱਥੋਂ ਮੈਂ ਲਗਭਗ 1.5 ਮਹੀਨੇ ਬਾਅਦ ਵਾਪਸ ਆਇਆ, ਕਿਉਂਕਿ ਸ਼ਾਦੀਆਂ ਦੋਨੇ ਅਟੈਂਡ ਕਰਨੀਆਂ ਜ਼ਰੂਰੀ ਸੀਗੀਆਂ। ਉਹ ਵੀ ਵਿਚਾਰੇ ਬੜੀ ਹੈਲਪ ਕਰਦੇ, ਇੱਥੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਕਹਿੰਦੇ ਆ, ਇਲੈਕਸ਼ਨ ਵੇਲੇ ਆਉਂਦੇ ਵੀ ਆਹੋ ਮੇਰੀ ਹੈਲਪ ਕਰਕੇ ਜਾਂਦੇ ਆ। ਤੇ ਇਸ ਕਰਕੇ ਜਦੋਂ ਮੈਂ ਆਇਆ, ਇੱਕ ਉਹ ਬਰਗਾੜੀ ਹੈ ਜਿਹੜਾ, ਉਹ ਮੇਰੇ ਹਲਕੇ 'ਚ ਨਹੀਂ ਸੀ ਪੈਂਦਾ, ਉੱਥੇ ਸਾਡੇ ਹੋਰ ਇੰਚਾਰਜ ਸੀਗੇ, ਉਹਨਾਂ ਦੀ ਦੇਖ ਰੇਖ 'ਚ ਜਾਂ ਪੁਲਿਸ ਦੀ ਦੇਖ ਰੇਖ 'ਚ ਸਾਰਾ ਕੰਮ ਜਿਹੜਾ ਹੋ ਰਿਹਾ ਸੀਗਾ। ਉਦੋਂ ਬਾਅਦ ਫਿਰ ਬੇਅਦਬੀ ਹੋਈ, ਬੇਅਦਬੀ ਤੋਂ ਬਾਅਦ ਫਿਰ ਕੋਟਕਪੂਰੇ ਘਟਨਾ ਘਟੀ, ਔਰ ਉਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ, ਸਾਡੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਉਦੋਂ ਕੋਸ਼ਿਸ਼ ਕੀਤੀ ਕਿ ਇਹਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ, ਲੇਕਿਨ ਉਸ ਵਕਤ ਆਮ ਆਦਮੀ ਪਾਰਟੀ ਵੱਲੋਂ ਵੀ, ਕਾਂਗਰਸ ਪਾਰਟੀ ਵੱਲੋਂ ਵੀ ਤੇ ਪੰਥਕ ਜਥੇਬੰਦੀਆਂ ਵੱਲੋਂ ਵੀ ਇਹੀ ਪ੍ਰੈਸ਼ਰ ਪਾਇਆ ਗਿਆ ਕਿ ਇਹ ਜਿਹੜਾ ਕੇਸ ਹੈ ਇਹ CBI ਨੂੰ ਦਿੱਤਾ ਜਾਵੇ। ਉਹ ਮਹੀਨੇ ਕੁ ਬਾਅਦ ਹੀ ਕੇਸ CBI ਕੋਲੇ ਟਰਾਂਸਫਰ ਹੋ ਗਿਆ। ਉਦੋਂ ਬਾਅਦ ਫਿਰ ਸਾਡੇ ਹੱਥ 'ਚ ਕੁਛ ਨਹੀਂ ਰਿਹਾ ਗਾ, ਤੇ ਉਦੋਂ ਬਾਅਦ ਫਿਰ ਨਵੀਂ ਸਰਕਾਰ ਬਣ ਗਈ। ਫਿਰ ਨਵੀਂ ਸਰਕਾਰ ਨੇ ਵੀ ਦੇਖ ਲਓ ਵੀ 4 ਕੁ ਮਹੀਨੇ ਰਹਿ ਗਏ ਇਲੈਕਸ਼ਨ ਦੇ ਵਿੱਚ, ਹਜੇ ਤੱਕ ਇਹਨਾਂ ਤੋਂ ਵੀ ਕੁਛ ਨਹੀਂ ਹੋਇਆ। ਬੇਅਦਬੀ ਦਾ ਕਾਂਡ ਵਾਪਰਦਾ, ਉਸ ਤੋਂ ਬਾਅਦ 2 ਥਾਵਾਂ ਤੇ ਪ੍ਰੋਟੈਸਟ ਜਿਹੜਾ ਹੁੰਦਾ, ਬਾਈਬਲ ਕਲਾਂ ਹੁੰਦਾ ਤੇ ਇੱਕ ਕੋਟਕਪੂਰਾ ਦੇ ਵਿੱਚ ਅਰਲੀ ਮਾਰਨਿੰਗ ਜਦੋਂ ਪੁਲਿਸ ਲੋਕਾਂ ਨੂੰ ਉੱਥੋਂ ਉਠਾਉਣਾ ਸ਼ੁਰੂ ਕਰ ਦਿੰਦੀ ਹੈ, ਉੱਥੇ ਵੀ ਗੋਲੀ ਚੱਲਦੀ ਹੈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ, ਸੱਟਾਂ ਬਹੁਤ ਲੱਗਦੀਆਂ ਨੇ। ਤੇ ਉਸੇ ਏਰੀਏ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਕਿਵੇਂ ਲੈ ਰਹੇ ਹੋ ਤੁਸੀਂ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਉੱਥੇ, ਕਿਉਂਕਿ ਮੁਲਜ਼ਮਾਂ ਦੀ ਲਿਸਟ ਦੇ ਵਿੱਚ ਤੁਹਾਡਾ ਨਾਮ ਵੀ ਆ ਰਿਹਾ। ਨਹੀਂ, ਉਹ ਇਸ ਤਰ੍ਹਾਂ ਹੈ ਜੀ ਕਿ ਜਿਸ ਦਿਨ ਕੋਟਕਪੂਰੇ ਜਦੋਂ ਬੇਅਦਬੀ ਹੋਈ ਤੇ ਸੰਗਤ ਆ ਕੇ ਕੋਟਕਪੂਰੇ ਚੌਂਕ ਦੇ ਵਿੱਚ ਬੈਠ ਗਈ। ਪਹਿਲੇ ਦਿਨ ਪੁਲਿਸ ਨਾਲ ਉਹਨਾਂ ਦਾ, ਪ੍ਰਸ਼ਾਸਨ ਨਾਲ ਉਹਨਾਂ ਦਾ ਸਮਝੌਤਾ ਹੋ ਗਿਆ, ਤੇ ਉਹ ਜਿਹੜੇ ਸੰਤ ਮਹਾਂਪੁਰਖ ਬੈਠੇ ਸੀ ਜਾਂ ਸੰਗਤ ਬੈਠੀ ਸੀ, ਉਹ ਉੱਠ ਕੇ ਚਲੀ ਗਈ। ਪੁਲਿਸ ਨੇ ਆਪਦੀਆਂ ਗੱਡੀਆਂ 'ਚ ਬਿਠਾ ਲਿਆ ਕਿ ਤੁਹਾਡੀ ਅਸੀਂ ਗ੍ਰਿਫਤਾਰੀ ਪਾ ਦਿਆਂਗੇ, ਪਰ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ। ਫਿਰ ਨੈਕਸਟ ਡੇ ਦੁਪਹਿਰੇ 12-1 ਵਜੇ ਤੋਂ ਬਾਅਦ ਫਿਰ ਉਹ ਚੌਂਕ ਦੇ ਵਿੱਚ ਇਕੱਠੇ ਹੋਣੇ ਚਾਲੂ ਹੋ ਗਏ। ਉਸ ਤੋਂ ਬਾਅਦ ਪੁਲਿਸ ਨੇ ਫਿਰ ਕੋਸ਼ਿਸ਼ ਕੀਤੀ, ਉਹਨਾਂ ਦੀ ਇਹੀ ਜੋ ਮੈਂ ਤਾਂ ਉੱਥੇ ਹੈ ਨਹੀਂ ਸੀਗਾ, ਜੋ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਇਹੀ ਕੋਸ਼ਿਸ਼ ਸੀ ਕਿ ਸਾਡੀ ਗ੍ਰਿਫਤਾਰੀ ਜਿਹੜੀ ਹੈਗੀ ਆ ਪਾਈ ਜਾਵੇ, ਤੇ ਇਹਦਾ ਜਿਹੜਾ ਇਹਨੂੰ ਛੇਤੀ ਤੋਂ ਛੇਤੀ ਜਿਹੜੇ ਬੇਅਦਬੀ ਵਾਲੇ ਬੰਦੇ ਜਿਹੜੇ ਫੜੇ ਜਾਣ। ਤੇ ਪੁਲਿਸ ਨੇ ਉਹਨਾਂ ਨੂੰ ਵਿਸ਼ਵਾਸਨ ਵੀ ਦਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਕਰਾਂਗੇ। ਪਰ ਉਹਦੇ ਵਿੱਚ ਕਾਫੀ ਬੰਦੇ, ਮੈਂ ਕਹਿ ਸਕਦਾ ਕਿ 90% ਬੰਦੇ ਪੁਲਿਸ ਦੇ ਦੱਸਣ ਮੁਤਾਬਕ ਜਾਂ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਕਿ ਸਹਿਮਤ ਹੋ ਗਏ ਸੀਗੇ ਕਿ ਸਾਡੀ, ਪਰ ਕੁਛ ਸ਼ਰਾਰਤੀ ਬੰਦੇ ਵੀ ਹੁੰਦੇ ਆ, ਉਹ ਨਹੀਂ ਸੀ ਚਾਹੁੰਦੇ ਕਿ ਇੱਥੇ ਜਿਹੜੀ ਹੈਗੀ ਹੈ ਮਤਲਬ ਇੱਥੋਂ ਉੱਠਿਆ ਜਾਵੇ, ਜਾਂ ਮਤਲਬ ਨਹੀਂ ਸੀ ਚਾਹੁੰਦੇ ਵੀ ਇੱਥੇ ਕੋਈ ਅਮਨ ਸ਼ਾਂਤੀ ਜਿਹੜੀ ਹੈਗੀ ਰਹੇ ਜਾਂ ਬਹਾਲ ਰਹੇ। ਇਸ ਲਈ ਮੈਨੂੰ ਲਗਭਗ ਰਾਤ ਨੂੰ 1:15 ਵਜੇ ਕਮਿਸ਼ਨਰ ਸਾਹਿਬ ਦਾ ਫੋਨ ਆਇਆ ਕਿ ਬਰਾੜ ਸਾਹਿਬ ਤੁਸੀਂ ਇੱਥੇ ਹੀ ਹੋ ਕਿ ਚੰਡੀਗੜ੍ਹੋਂ? ਮੈਂ ਕਿਹਾ ਨਹੀਂ, ਮੈਂ ਇੱਥੇ ਹੀ ਹਾਂ ਜੀ। ਤੇ ਮੈਂ ਕਿਹਾ ਐਡੀ ਘਟਨਾ ਘਟੀ ਹੈ, ਮੈਂ ਚੰਡੀਗੜ੍ਹ ਕਿਵੇਂ ਜਾ ਸਕਦਾ? ਤੇ ਉਹ ਕਹਿੰਦੇ ਵੀ DC ਸਾਹਿਬ ਮੇਰੇ ਕੋਲ ਆਏ ਆ ਤੇ ਕੋਟਕਪੂਰੇ ਵਾਲੇ ਮਸਲੇ ਦੇ ਸੰਬੰਧ 'ਚ ਅਸੀਂ ਤੁਹਾਡੇ ਨਾਲ ਗੱਲ ਕਰਨੀ ਸੀ, ਤੁਹਾਨੂੰ ਮਿਲਣਾ ਸੀਗਾ। ਮੈਂ ਕਿਹਾ ਮੇਰੇ ਮਿਲਣ ਦਾ ਕੀ ਕਾਰਨ ਹੈ? ਉਹ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮੈਸੇਜ ਵੀ ਪਾਏ ਆ ਤੇ ਟੈਲੀਫੋਨ ਵੀ ਕੀਤੇ ਆ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਜੀ ਦੇ, ਕਿਉਂਕਿ ਸੈਂਸਿਟਿਵ ਇਸ਼ੂ ਹੈ, ਤੇ ਮੁੱਖ ਮੰਤਰੀ ਸਾਹਿਬ ਜੀ ਦੇ ਧਿਆਨ ਦੇ ਵਿੱਚ ਅਸੀਂ ਲਿਆ ਦਈਏ। ਤੇ ਸਾਡੀ ਗੱਲ ਨਹੀਂ ਹੋ ਰਹੀ। ਅਸੀਂ ਚੀਫ ਸੈਕਟਰੀ ਸਾਹਿਬ ਨੂੰ ਮੈਸੇਜ ਵੀ ਪਾਏ ਆ,
ਉਹਨਾਂ ਨੂੰ ਵੀ ਆਪਣਾ ਕੀ ਨਾਲ ਦੇ ਆ ਫੋਨ ਵੀ ਕੀਤੇ ਆ, ਉਹਨਾਂ ਨੇ ਅਟੈਂਡ ਨਹੀਂ ਕੀਤਾ, ਦੇਰ ਰਾਤ ਹੋ ਗਈ ਹੈ। ਅਸੀਂ ਪ੍ਰਿੰਸੀਪਲ ਸੈਕਟਰੀ ਜਿਹੜੇ CM ਸਾਹਿਬ ਦੇ ਆ ਉਹਨਾਂ ਨੂੰ ਵੀ ਮੈਸੇਜ ਪਾਏ ਆ ਤੇ ਉਹਨਾਂ ਨੂੰ ਵੀ ਫੋਨ ਕੀਤੇ ਆ, ਗੱਲ ਨਹੀਂ ਹੋ ਰਹੀ। ਤੇ ਅਸੀਂ ਤੁਹਾਡੇ ਨਾਲ ਤੁਹਾਡੇ ਕੋਲੇ, ਕਿਉਂਕਿ ਪ੍ਰਾਈਵੇਟ ਬੰਦੇ ਵੀ CM ਸਾਹਿਬ ਦੇ ਨਾਲ ਚੱਲਦੇ ਹੁੰਦੇ, ਜਿਹੜੇ ਜਦੋਂ ਪਾਵਰ 'ਚ ਨਹੀਂ ਹੁੰਦੇ ਸਾਡੇ ਕੋਲੇ ਆਪਦੇ ਪ੍ਰਾਈਵੇਟ ਬੰਦੇ ਹੁੰਦੇ ਆ, ਤੇ ਉਹ ਜਦੋਂ ਸਰਕਾਰ ਹੁੰਦੀ ਅਸੀਂ OSD ਦੇ ਤੌਰ ਦੇ ਉੱਤੇ ਉਹਨਾਂ ਨੂੰ ਰੱਖ ਲੈਂਦੇ ਨਾਲ ਆਪਦੇ, ਤੇ ਉਹ ਉਹਨਾਂ ਦੇ ਰਾਹੀਂ ਇਹ ਕੋਈ ਸਾਡੀ ਗੱਲ ਕਰਾ ਦਿਓ ਤੇ ਅਸੀਂ ਤੁਹਾਡੇ ਕੋਲੇ ਆਉਣਾ ਚਾਹੁੰਦੇ ਹਾਂ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜੀ, ਤੁਸੀਂ ਰਹਿਣ ਦਿਓ, ਕਿੱਥੇ ਬੈਠੇ ਹੋ? ਕਮਿਸ਼ਨਰ ਸਾਹਿਬ ਕਹਿੰਦੇ ਮੈਂ ਆਪਦੇ ਘਰੇ ਬੈਠਾ, DC ਸਾਹਿਬ ਮੇਰੇ ਕੋਲੇ ਬੈਠੇ ਆ। ਮੈਂ ਕਿਹਾ ਮੈਂ ਹੀ ਆ ਜਾਣਾ ਇੱਥੇ ਤੁਹਾਡੇ ਕੋਲੇ। ਮੈਂ ਉੱਥੇ ਚਲਾ ਗਿਆ ਜੀ, ਜਾ ਕੇ ਫਿਰ ਆਹ ਗੱਲ ਤਾਂ ਉਹਨਾਂ ਨੇ ਮੈਨੂੰ ਦੱਸ ਹੀ ਦਿੱਤੀ ਸੀਗੀ, ਤੇ ਅਸੀਂ ਕੋਸ਼ਿਸ਼ ਕੀਤੀ। ਮੈਂ ਮੁੱਖ ਮੰਤਰੀ ਸਾਹਿਬ ਦੇ 2 SD ਹੈ, ਗੁਰਚਰਨ ਤੇ ਬਲਕਰਨ, ਉਹਨਾਂ ਨਾਲ ਫੋਨ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਦਾ ਤਾਂ ਨੋ ਰਿਪਲਾਈ ਆ ਰਿਹਾ ਸੀਗਾ ਤੇ ਇੱਕ ਦਾ ਸਵਿਚ ਆਫ ਆ ਰਿਹਾ ਸੀਗਾ। ਔਰ ਮੁੜ ਕੇ ਮੇਰੀ ਬਰਾੜ ਸਾਹਿਬ ਨਾਲ ਗੱਲ ਹੋਈ, ਗਗਨ ਜੀ ਨਾਲ, ਤੇ ਉਹਨਾਂ ਨੇ ਫਿਰ ਮੇਰੀ 15 ਮਿੰਟਾਂ ਬਾਅਦ ਮੇਰੇ ਫੋਨ ਤੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਾਈ। ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੁੱਛਿਆ ਕਿ ਕਾਕਾ ਕੀ ਗੱਲ ਹੈ? ਮੈਂ ਕਿਹਾ ਜੀ ਮੈਨੂੰ ਬਹੁਤਾ ਡਿਟੇਲ 'ਚ ਨਹੀਂ ਪਤਾ ਗਾ, ਇਹ DC ਸਾਹਿਬ ਨੂੰ ਪਤਾ ਡਿਟੇਲ ਦੇ ਵਿੱਚ, ਮੇਰੇ ਕੋਲੇ ਬੈਠੇ ਆ, ਤੇ ਜਾਂ ਕਮਿਸ਼ਨਰ ਸਾਹਿਬ ਨੂੰ ਪਤਾ ਹੈ। ਉਹ ਕਹਿੰਦੇ ਫਿਰ ਮੇਰੀ DC ਸਾਹਿਬ ਨਾਲ ਗੱਲ ਕਰਾ ਦਿਓ। ਮੈਂ ਫੋਨ ਫਿਰ DC ਸਾਹਿਬ ਨੂੰ ਦਿੱਤਾ। ਫਿਰ DC ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਐਂ ਕਰਕੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ 90% ਬੰਦੇ ਤਿਆਰ ਹੈ, ਕੁਛ ਸ਼ਰਾਰਤੀ ਅਨਸਰ ਹੈਗੇ ਆ, ਤੇ ਪੁਲਿਸ ਬਲ ਦੀ ਵਰਤੋਂ ਕਰਨਾ ਚਾਹੁੰਦੀ ਹੈ। ਤੇ ਉਹ ਫਿਰ DC ਸਾਹਿਬ ਨੂੰ, ਜੋ ਸਾਨੂੰ ਬਾਅਦ 'ਚ DC ਸਾਹਿਬ ਨੇ ਦੱਸਿਆ ਕਿ CM ਸਾਹਿਬ ਨੇ ਆਖਿਆ ਕਿ ਆਪਾਂ ਪੁਲਿਸ ਬਲ ਨਹੀਂ ਦਾ ਪ੍ਰਯੋਗ ਨਹੀਂ ਕਰਨਾ, ਆਪਾਂ ਇਹਨਾਂ ਨੂੰ ਪੀਸਫੁਲ ਮੈਨਰ ਨਾਲ ਹੀ ਆਪਾਂ ਗੱਲਬਾਤ ਕਰਨੀ ਹੈ, ਚਾਹੇ 1-2 ਦਿਨ ਲੱਗ ਜਾਣ, ਕੋਈ ਗੱਲ ਨਹੀਂ। ਪਰ ਚਲੋ ਉਹ ਇਹਦੇ ਤੋਂ ਬਾਅਦ ਮੈਂ ਆਪਦੇ ਘਰੇ ਆ ਗਿਆ ਤੇ DC ਸਾਹਿਬ ਤੇ ਕਮਿਸ਼ਨਰ ਸਾਹਿਬ ਕੋਟਕਪੂਰੇ ਚਲੇ ਗਏ। ਮੇਰਾ ਘਰ ਰਸਤੇ 'ਚ ਪੈਂਦਾ ਹੈ, ਫਰੀਦਕੋਟ ਤੇ ਕੋਟਕਪੂਰੇ ਦੇ ਵਿੱਚ। ਕੋਟਕਪੂਰੇ ਤੋਂ 5 ਕਿਲੋਮੀਟਰ ਫਰੀਦਕੋਟ ਵਾਲੀ ਸਾਈਡ ਦੇ ਉੱਤੇ ਹੈਗਾ, ਮੇਨ ਰੋਡ ਦੇ ਉੱਤੇ। ਤੇ ਉਹ ਉੱਥੇ ਚਲੇ ਗਏ। ਉਸ ਤੋਂ ਬਾਅਦ ਆਪਣਾ ਮੈਨੂੰ DGP ਸਾਹਿਬ ਦਾ ਹੀ ਫੋਨ ਆਇਆ ਕਿ 6 ਵਜੇ ਕਿ ਅਮਨ ਸ਼ਾਂਤੀ ਨਾਲ, ਕਿਉਂਕਿ ਪਹਿਲਾਂ ਵੀ ਉਹਨਾਂ ਦਾ ਫੋਨ ਆਇਆ ਸੀਗਾ ਵੀ CM ਸਾਹਿਬ ਦਾ ਫੋਨ ਆਇਆ। ਮੈਨੂੰ ਕਹਿੰਦੇ ਤੁਸੀਂ ਬੇਫਿਕਰ ਹੋ ਬਰਾੜ ਸਾਹਿਬ, ਅਸੀਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਦੇ ਗੇ, ਤੁਸੀਂ ਚਿੰਤਾ ਨਾ ਕਰੋ ਕਿ ਜਿਹਦੀ ਕੋਈ ਮੰਦਭਾਗੀ ਮਤਲਬ ਹੋਵੇ। ਤੇ ਮੈਂ ਕਿਹਾ ਚਲੋ ਠੀਕ ਹੈ ਜੀ। ਫਿਰ 6 ਵਜੇ ਮੈਨੂੰ ਉਹਨਾਂ ਦਾ ਫੋਨ ਆਇਆ ਕਿ DGP ਸਾਹਿਬ ਸੈਣੀ ਸਾਹਿਬ ਦਾ, ਕਿ ਸਾਰਾ ਅਮਨ ਸ਼ਾਂਤੀ ਨਾਲ ਸਾਰਾ ਕੁਝ ਹੋ ਗਿਆ। ਤੇ ਆਮ ਕਰਕੇ ਆਪਾਂ ਕੋਟਕਪੂਰਾ ਗੋਲੀकांड ਦੀ ਗੱਲ ਕਰ ਰਹੇ ਹਾਂ ਤਾਂ ਜ਼ਿਆਦਾਤਰ ਲੋਕ ਇਸ ਨੂੰ ਬਹਿਬਲ ਕਲਾਂ ਗੋਲੀकांड ਨਾਲ ਵੀ ਜੋੜ ਕੇ ਦੇਖ ਲੈਂਦੇ ਨੇ। ਉਹ ਸੈਪਰੇਟ ਹੈਗਾ ਜੀ, ਕਿਉਂਕਿ ਜਦੋਂ ਕੋਟਕਪੂਰੇ ਘਟਨਾ ਹੋਈ ਤੇ ਪਿੰਡਾਂ ਦੇ ਵਿੱਚ ਹੋਕੇ ਦਿੱਤੇ ਗਏ ਕਿ ਐਂ ਕਰਕੇ ਕੋਟਕਪੂਰੇ ਇੰਨੇ ਬੰਦੇ ਮਰ ਗਏ, ਇੰਨੇ ਮਰ ਗਏ, ਇੰਨੇ ਮਰ ਗਏ। ਤੇ ਲੋਕ ਉੱਥੇ ਬਰਗਾੜੀ ਦੇ ਨੇੜੇ ਹੈਗਾ ਬਹਿਬਲ ਬਿਲਕੁਲ ਹੀ ਨਾਲ ਹੈ, ਤੇ ਲੋਕ ਉੱਥੇ ਇਕੱਠੇ ਹੋਣੇ ਚਾਲੂ ਹੋ ਗਏ। ਤੇ ਉੱਥੇ ਫਿਰ ਮਤਲਬ ਮੇਰਾ 11 ਵਜੇ, ਪੌਣੇ 11 ਜਾਂ 11 ਵਜੇ ਦਾ ਟਾਈਮ ਹੋਣਾ ਜੀ, ਜਿਹੜੇ ਕੋਟਕਪੂਰੇ ਵਾਲਾ ਪੌਣੇ 7 ਵਜੇ ਦਾ ਜੀ। ਤੇ ਉੱਥੋਂ ਫਿਰ ਜਦੋਂ ਪੁਲਿਸ ਬਰਗਾੜੀ ਨੂੰ ਜਾਂਦੀ ਸੀਗੀ ਤੇ ਉੱਥੇ ਉਹਨਾਂ ਦਾ ਟਕਰਾਅ ਹੋ ਗਿਆ ਪੁਲਿਸ ਨਾਲ, ਤੇ ਉੱਥੇ ਘਟਨਾ ਅਚਾਨਕ ਹੀ ਘਟੀ ਆ, ਉਹ ਕੋਈ ਇਹੋ ਜਿਹੀ ਪਲਾਨਡ ਘਟਨਾ ਨਹੀਂ ਸੀ। ਅਲੱਗ-ਅਲੱਗ ਇਸ਼ੂਜ਼ ਨੂੰ ਲੋਕ ਇੱਕ ਕਰਕੇ ਦੇਖ ਰਹੇ ਨੇ। ਤੇ ਆਪਾਂ ਇਲੈਕਸ਼ਨ ਦੀ ਫਿਰ ਤੋਂ ਗੱਲ ਕਰ ਲਈਏ, ਕਿਉਂਕਿ ਹੁਣ ਆਪਾਂ ਸਟੇਟ ਦੇ ਕੁਐਸਚਨਸ ਤੇ ਵੱਲ ਆ ਰਹੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਕੋਟਕਪੂਰਾ ਵਿਧਾਨ ਸਭਾ ਤੋਂ ਇਲੈਕਸ਼ਨ ਲੜ ਰਹੇ ਹੋ, ਔਰ ਕਿਆਸ ਇਹ ਵੀ ਲੱਗ ਰਹੇ ਨੇ ਕਿ ਰਵਿੰਦਰ ਆਂਵਲਾ ਇੱਥੋਂ ਲੜ ਸਕਦੇ ਨੇ, ਕਿਉਂਕਿ ਜਿੱਥੋਂ ਤੱਕ ਜਾਣਕਾਰੀ ਹੈ ਕਿ ਕਾਂਗਰਸ ਸੀਟਾਂ ਦਾ ਹੇਰ-ਫੇਰ ਘੱਟ ਕਰਦੀ ਹੈ। ਦੇਖੋ ਜੀ, ਰਜਿੰਦਰ ਕੌਰ ਭੱਠਲ ਜੀ ਮੁੱਖ ਮੰਤਰੀ ਰਹੇ ਆ, ਉਹਨਾਂ ਨੇ ਵੀ ਆਪਣੀ ਸੀਟ ਬਦਲਣ ਲਈ ਕੋਸ਼ਿਸ਼ ਕੀਤੀ ਸੀ। ਬੜੇ ਪੁਰਾਣੇ ਲੀਡਰ ਹੈ, ਫਰੀडम ਫਾਈਟਰ ਪਰਿਵਾਰ ਹੈ, ਬੜੇ ਲੰਮਾ ਸਮਾਂ MLA ਰਹੇ, ਮੰਤਰੀ ਵੀ ਰਹੇ, ਮੁੱਖ ਮੰਤਰੀ ਵੀ ਰਹੇ ਆ। ਸੀਟ ਉਹਨਾਂ ਦੀ ਨਹੀਂ ਬਦਲੀ ਗਈ, ਘੱਟ ਸੀਟਾਂ ਬਦਲੀਆਂ ਜਾਂਦੀਆਂ। ਪਰ ਜੋ ਬਦਲੀ ਵੀ ਜਾਵੇ ਆਪਾਂ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਚਾਹੇ ਇੱਥੋਂ ਕੈਪਟਨ ਅਮਰਿੰਦਰ ਸਿੰਘ ਆਪ ਆ ਜਾਣ, ਚਾਹੇ ਨਵਜੋਤ ਸਿੰਘ ਸਿੱਧੂ ਆ ਜਾਣ, ਤੇ ਚਾਹੇ ਆਂਵਲਾ ਆ ਜੇ, ਤੇ ਚਾਹੇ ABCD ਕੋਈ ਮਰਜ਼ੀ ਆ ਜਾਏ, ਸਾਡੀ ਸਿਹਤ ਕੋਈ ਅਸਰ ਨਹੀਂ ਇਸ ਗੱਲ ਦਾ। ਮਤਲਬ ਜਿਸ ਤਰ੍ਹਾਂ ਅਕਾਲੀ ਦਲ ਹੁਣ ਕਈ ਵੱਡੇ ਵਾਅਦੇ ਕਰ ਰਿਹਾ, 10-10 ਲੱਖ ਦਾ ਬੀਮਾ ਕਾਰਡਸ ਦੀ ਗੱਲ ਕਰ ਰਿਹਾ, ਸਟੂਡੈਂਟਸ ਨੂੰ ਖਾਸੇ ਜਿਹੜੇ ਪੈਸੇ ਦੇਣ ਦੀ ਗੱਲ ਕਰ ਰਿਹਾ, ਉਸ ਤੋਂ ਇਲਾਵਾ ਬਿਜਲੀ ਦੀ ਗੱਲ ਕਰ ਰਿਹਾ ਕਿ ਇੰਨੇ ਯੂਨਿਟਸ ਅਸੀਂ ਫ੍ਰੀ ਦੇਵਾਂਗੇ। ਇਹਨਾਂ ਕੁਝ ਅਕਾਲੀ ਦਲ ਮੈਨੇਜ ਕਿਵੇਂ ਕਰੇਗਾ, ਕਿਉਂਕਿ ਕਾਂਗਰਸ ਤਾਂ ਕਹਿ ਰਹੀ ਹੈ ਕਿ ਸਾਡੇ ਵੱਲ ਤਾਂ ਖਜ਼ਾਨਾ ਜਿਹੜਾ ਬਿਲਕੁਲ ਇਸ ਵੇਲੇ ਖਾਲੀ ਹੈ। ਦੇਖੋ ਜੀ, ਗੱਲ ਇਹ ਹੈ ਕਿ ਜਦੋਂ 97 ਦੇ ਵਿੱਚ ਸਰਕਾਰ ਬਣੀ ਹੈ, ਮੈਂ ਚਾਹੇ ਉਦੋਂ ਇੰਡੀਪੈਂਡੈਂਟ ਜਿੱਤਿਆ ਸੀਗਾ, ਲੇਕਿਨ ਇੰਡੀਪੈਂਡੈਂਟ ਦਾ ਬਿਲਕੁਲ ਮੌਕੇ ਤੇ ਬਣਿਆ ਮੌਕਾ ਇਲੈਕਸ਼ਨ ਵੇਲੇ। ਉਦੋਂ ਪਹਿਲਾਂ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਸੀਗਾ, ਜਨਰਲ ਸੈਕਟਰੀ ਵੀ ਸੀਗਾ ਫਰੀਦਕੋਟ ਜ਼ਿਲ੍ਹੇ ਦਾ। ਮੈਂ 88 'ਚ ਬਣਿਆ ਸੀ ਜਨਰਲ ਸੈਕਟਰੀ ਫਰੀਦਕੋਟ ਜ਼ਿਲ੍ਹੇ ਦਾ। ਤੇ ਸਾਡੀ ਇੱਕ ਬੜੀ ਵੱਡੀ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਇੱਕ ਬੜੀ ਵੱਡੀ ਅਸੀਂ ਇਕੱਠ ਕੀਤਾ ਮੋਗੇ ਸਾਰੇ ਪੰਜਾਬ ਦਾ, ਤੇ ਉੱਥੇ ਅਸੀਂ ਫੈਸਲਾ ਕੀਤਾ, ਆਪਦਾ ਮੈਨੀਫੈਸਟੋ ਜਾਰੀ ਕੀਤਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮਾਫ ਕਰਾਂਗੇ, ਫਿਰ ਮਾਮਲਾ ਮਾਫ ਕਰਾਂਗੇ, ਫਿਰ ਅਸੀਂ ਫੈਸਲਾ ਕੀਤਾ ਕਿ ਦਲਿਤਾਂ ਨੂੰ ਅਸੀਂ 100 ਯੂਨਿਟ ਬਿਜਲੀ ਦੇ ਮਾਫ ਕਰਾਂਗੇ, ਫਿਰ ਅਸੀਂ ਫੈਸਲਾ ਕੀਤਾ ਕਿ 5100 ਰੁਪਏ ਦੀ ਸ਼ਗਨ ਸਕੀਮ ਹੈ ਜਿਹੜੀ ਉਹ ਅਸੀਂ ਦੇਵਾਂਗੇ, ਫਿਰ ਅਸੀਂ ਫੈਸਲਾ ਕੀਤਾ ਕਿ ਬਜ਼ੁਰਗਾਂ ਲਈ 250 ਰੁਪਏ ਜਿਹੜਾ ਹੈਗਾ ਪੈਨਸ਼ਨ ਦੇਵਾਂਗੇ। ਇਹ ਸਾਰੀਆਂ ਅਸੀਂ ਬਣਦੇ ਸਾਰ 6 ਮਹੀਨਿਆਂ ਦੇ ਅੰਦਰ ਸਾਰੀਆਂ ਸਹੂਲਤਾਂ ਦੇਣੀਆਂ ਚਾਲੂ ਕਰਤੀਆਂ ਸੀ, ਸਾਨੂੰ ਕੋਈ ਸਮੱਸਿਆ ਨਹੀਂ ਆਏਗੀ। ਉਦੋਂ ਬਾਅਦ ਫਿਰ
2007 ਸਾਡੀ ਸਰਕਾਰ ਬਣੀ, ਅਸੀਂ ਭਾਵੇਂ ਹਾਰ ਗਏ ਤੇ 2012 ਚ ਮੈਂ ਜਿੱਤਿਆ ਤੇ 10 ਸਾਲ ਸਾਡੀ ਸਰਕਾਰ ਰਹੀ। ਅਸੀਂ ਫਿਰ ਆਟਾ ਦਾਲ ਵੀ ਜੋੜੀ ਨਾਲ, ਫਿਰ ਬਿਜਲੀ ਦੇ ਵੀ 200 ਯੂਨਿਟ ਅਸੀਂ ਮਾਫ ਕੀਤੇ। ਫਿਰ ਅਸੀਂ ਆਪਣਾ ਪਹਿਲਾਂ ਐਸੀਆਂ ਨੂੰ ਸੀ, ਫਿਰ ਅਸੀਂ BC ਕੈਟੇਗਰੀ ਵਿੱਚ ਲਈ। ਅਸੀਂ ਸਾਰਾ ਕੁਝ ਕਰਦੇ ਰਹੇ ਹਾਂ ਜੀ, ਸ਼ਗਨ ਸਕੀਮ ਵੀ ਵਧਾਈ ਹੈ, ਅਸੀਂ ਸਾਰਾ ਕੁਝ ਪਲਾਨ ਕਰ ਚੁੱਕੇ ਹਾਂ ਜੀ। ਇਹ ਸਿਰਫ ਇਹਨਾਂ ਦੀ ਨੈਗਲੀਜੈਂਸੀ ਹੈ, ਕਿਉਂਕਿ ਜਿਹੜਾ ਪਿੰਡ ਦਾ ਸਰਪੰਚ ਹੈ, ਜੇ ਉਹ ਪਿੰਡ ਦਾ ਸਰਪੰਚ ਬਣ ਕੇ ਸ਼ਹਿਰ 'ਚ ਰਹਿਣ ਲੱਗ ਜੇ, ਉਹ ਫੇਲ ਹੋ ਜਾਂਦਾ ਹੈ। ਜੇ ਪਿੰਡ 'ਚ ਗੇੜਾ ਨਾ ਮਾਰੇ, ਉਹ ਫੇਲ ਹੋ ਜਾਂਦਾ ਹੈ। ਜਿਹੜਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੈ, ਜੇ ਉਹ ਆਪਦੇ ਸ਼ਹਿਰ ਦੇ ਵਿੱਚ ਵਾਰਡਾਂ ਦੇ ਵਿੱਚ ਵੱਖ-ਵੱਖ ਜਾ ਕੇ ਨਾ ਵੇਖੇ, ਸਮੱਸਿਆ ਨਾਲ ਲੋਕਾਂ ਦੀਆਂ ਸੁਣੇ, ਉਹ ਫੇਲ ਹੋ ਜਾਂਦਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਉਹਨਾਂ ਨੂੰ ਆਪਾਂ ਪੰਜਾਬ ਦੇ ਸਰਪੰਚ ਵੀ ਕਹਿ ਸਕਦੇ ਹਾਂ, ਪੰਜਾਬ ਦੇ ਮੇਅਰ ਵੀ ਕਹਿ ਸਕਦੇ ਹਾਂ, ਪੰਜਾਬ ਦੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਕਹਿ ਸਕਦੇ ਹਾਂ, ਇੱਕ ਇਕਾਈ ਮੰਨ ਲਈਏ ਆਪਾਂ, ਤੇ ਮੁੱਖ ਮੰਤਰੀ ਤਾਂ ਹੈਗੇ ਆ ਉਹ। ਇਸ ਲਈ ਜਦੋਂ ਉਹ ਬਾਹਰ ਨਿਕਲੇ ਹੀ ਨਹੀਂ ਗਏ, ਤੁਸੀਂ ਦੇਖੋ ਬਾਬਾ ਫਰੀਦ ਦਾ ਮੇਲਾ ਸਾਡੇ ਫਰੀਦਕੋਟ ਹੁੰਦਾ ਹੈ। ਬਾਬਾ ਫਰੀਦ ਦੇ ਮੇਲੇ ਦੇ ਉੱਤੇ, ਹਰੇਕ ਮੇਲੇ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਉਂਦੇ ਸੀਗੇ। ਤੇ ਉਸ ਤੋਂ ਇਲਾਵਾ ਵੀ ਉਹਨਾਂ ਦੇ 5-5 6-6 ਗੇੜੇ ਸਾਲ ਦੇ ਵਿੱਚ ਸਾਡੇ ਫਰੀਦਕੋਟ ਦੇ ਲੱਗ ਜਾਂਦੇ ਸੀਗੇ, ਸਾਡੇ ਕੋਟਪੂਰੇ ਦੇ ਲੱਗ ਜਾਂਦੇ ਸੀ, ਜੈਤੋ ਦੇ ਲੱਗ ਜਾਂਦੇ ਸੀਗੇ, ਛੋਟੇ ਛੋਟੇ ਪ੍ਰੋਗਰਾਮਾਂ ਦੇ ਉੱਤੇ ਵੀ ਪਿਛਲੇ ਕੁਝ ਸਾਲਾਂ ਤੋਂ ਬਾਬਾ ਫਰੀਦ ਦੇ ਮੇਲੇ ਲਈ ਕੋਈ ਪੈਸਾ ਵੀ ਨਹੀਂ ਭੇਜਿਆ ਗਿਆ। ਨਹੀਂ ਭੇਜਿਆ ਗਿਆ ਜੀ। ਔਰ ਕੈਪਟਨ ਅਮਰਿੰਦਰ ਸਿੰਘ ਹੈ, ਮੇਰਾ ਖਿਆਲ ਜਦੋਂ ਬਣੇ ਇੱਕ ਵਾਰੀ ਬਾਬਾ ਫਰੀਦ ਦੇ ਮੇਲੇ ਤੇ ਆਏ ਆ, ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫਰੀਦਕੋਟ ਹੀ ਨਹੀਂ ਆਏ। ਪਟਿਆਲੇ ਦੀ ਵਿਜ਼ਿਟ ਉਹਨਾਂ ਦੀ ਕਢਾ ਕੇ ਵੇਖ ਲਓ, ਉਹਨਾਂ ਦੇ ਹਲਕੇ ਦੀ, ਮੇਰਾ ਖਿਆਲ ਬੜੀ ਮੁਸ਼ਕਿਲ ਨਾਲ 10 ਜਾਂ 15 ਵਿਜ਼ਿਟਾਂ ਹੋਣੀਆਂ ਉਹਨਾਂ ਦੀਆਂ 5 ਸਾਲਾਂ ਦੇ ਵਿੱਚ। ਜੇ ਫਿਰ ਮੁੱਖ ਮੰਤਰੀ ਧਿਆਨ ਨਾ ਦੇਵੇ ਤਾਂ ਫਿਰ ਹੁਣ ਦੇਖੋ ਸਾਨੂੰ ਪੈਸਾ ਕਿੱਥੋਂ ਆਉਣਾ ਹੈ? ਪੈਸਾ ਐਕਸਾਈਜ਼ ਦੇ ਵਿੱਚ ਆਉਣਾ ਹੈ। ਇਹਨਾਂ ਦੇ ਜਿਹੜੇ MLA ਹੈ ਜਾਂ ਉਹਨਾਂ ਦੀ ਸ਼ਹਿਰ ਦੇ ਉੱਤੇ ਸ਼ਰਾਬ ਨਕਲੀ ਵਿਕੀ ਜਾਂਦੀ ਹੈ, ਤੇ ਐਕਸਾਈਜ਼ ਦੇ ਵਿੱਚ ਪੈਸੇ ਕਿੱਥੋਂ ਇਕੱਠੇ ਹੋਣਗੇ? ਅੱਜ ਸਾਡੇ ਵੇਲੇ ਹਜ਼ਾਰ ਕਰੋੜ ਰੁਪਈਆ ਜਿਹੜੀਆਂ ਮਾਈਨਿੰਗ ਹੈਗਾ ਉਹਦਾ ਅਸੀਂ ਜਿਹੜੀ ਫੀਸ ਜਮ੍ਹਾਂ ਕਰਾਉਂਦੇ ਸੀਗੇ, ਤੇ ਇਹਨਾਂ ਦੇ ਵੇਲੇ 33 ਕਰੋੜ 40 ਕਰੋੜ 50 ਕਰੋੜ ਇਹ ਤੋਂ ਵੱਧ ਹੁੰਦੇ ਨਹੀਂ ਗੀ। ਇਹਨਾਂ ਦੇ ਸਾਰੇ ਬੰਦੇ ਮਾਈਨਿੰਗ ਦੇ ਵਿੱਚ ਲੱਗੇ ਹੋਏ, ਸ਼ਰਾਬ ਮਾਫੀਆ ਦੇ ਵਿੱਚ ਲੱਗੇ ਹੋਏ। ਤੇ ਅਕਾਲੀ ਦਲ ਮੈਨੇਜ ਕਰ ਲੇਗਾ ਫਿਰ ਇਹਨਾਂ ਜਿਸ ਤਰ੍ਹਾਂ ਕਿ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਨੇ, ਜਿਹੜੇ ਵੱਡੇ ਵਾਅਦੇ ਨੇ। ਵੇਖੋ ਮਿਹਨਤ ਦੀ ਲੋੜ ਹੈ ਜੀ, ਮਿਹਨਤ ਦੀ ਲੋੜ ਹੁੰਦੀ ਹੈ। ਤੇ ਸਾਡੇ ਐਕਚੁਅਲੀ ਸਰਦਾਰ ਸੁਖਬੀਰ ਸਿੰਘ ਬਾਦਲ, ਪੈਸਾ ਕਿੱਥੋਂ ਆਊਗਾ ਇਹਨਾਂ, ਕਿਸ ਤਰ੍ਹਾਂ ਦੇ ਸੋਰਸਸ ਲੈਣਗੇ? ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੇ MBA ਕੀਤੀ ਹੋਈ ਹੈ, MA ਇਕਨੋਮਿਕਸ ਕੀਤੀ ਹੋਈ ਹੈ, ਅਮਰੀਕਾ ਦੇ ਪੜ੍ਹੇ ਹੋਏ ਆ ਉਹ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਜਿਹੜੀ ਲੱਗੀ ਹੋਈ ਹੈ, ਉਹ ਜਿਹੜੇ ਫਾਈਨੈਂਸਸ ਜਿਨ੍ਹਾਂ ਨੇ ਕਿਵੇਂ ਕ੍ਰੀਏਟ ਹੋਣਾ, ਉਹ ਸਾਰੇ ਹੀ ਲਗਭਗ MBA ਵਾਲੇ ਜਿਹੜੀ ਟੀਮ ਉਹਨਾਂ ਦੇ ਨਾਲ ਲੱਗੀ ਹੋਈ ਆ। ਉਹ ਸਾਰਾ ਕੁਝ ਮੈਨੇਜ ਕਰ ਲਾਂਗੇ। ਪਿੰਦਰਜੀਤ ਕੌਰ ਸਾਡੇ ਡਾਕਟਰ ਪਿੰਦਰਜੀਤ ਕੌਰ, ਉਹ ਫਾਈਨੈਂਸ ਮਿਨਿਸਟਰ ਵੀ ਰਹੇ ਆ, ਤੇ ਉਹਨਾਂ ਲਈ ਦੇਖ ਲਓ ਤੁਸੀਂ ਕਿ ਉਹ ਵੀ PhD ਹੈ ਇਕਨੋਮਿਕਸ ਦੇ ਵਿੱਚ। ਚਲੋ ਪਰਮਿੰਦਰ ਸਿੰਘ ਢੀਂਡਸਾ ਪਾਸੇ ਹੋ ਗਏ, ਵੱਖਰੀ ਗੱਲ ਹੈ, ਉਹ ਵੀ MBA ਸੀਗੇ, ਤੇ ਅਸੀਂ ਮੈਨੇਜ ਕਰਕੇ ਚਲਾਉਂਦੇ ਸੀ ਸਾਰਾ ਕੁਝ। ਹੁਣ ਸੁਖਬੀਰ ਸਿੰਘ ਬਾਦਲ ਹੈ, ਉਹ ਮੈਨੇਜ ਕਰ ਲੈਣਗੇ ਸਾਰਾ ਕੁਝ, ਕੋਈ ਚੱਕਰ ਵਾਲੀ ਗੱਲ। ਬਿਜਲੀ ਸਮਝੌਤਿਆਂ ਦੀ ਆਪਾਂ ਗੱਲ ਕਰ ਲਈਏ। ਬਿਜਲੀ ਸਮਝੌਤਿਆਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਬਹੁਤ ਇਲਜ਼ਾਮ ਲਗਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਸਮਝੌਤੇ ਕੀਤੇ ਗਏ ਸੀ, ਅਸੀਂ ਹੁਣ ਰੱਦ ਨਹੀਂ ਕਰ ਸਕਦੇ ਜੀ, ਲੋਕਾਂ ਨੂੰ ਅਸੀਂ ਬਿਜਲੀ ਸਸਤੀ ਕਿਵੇਂ ਦਈਏ। ਬਠਿੰਡੇ ਵਾਲਾ ਥਰਮਲ ਪਲਾਂਟ ਢਾ ਦਿੱਤਾ ਗਿਆ, ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਇਹ ਥਰਮਲ ਪਲਾਂਟ ਮੈਂ ਚਲਵਾਉਂਗਾ। ਦੇਖੋ ਜੀ, ਗੱਲ ਇਹ ਹੈ ਕਿ ਇਹਨਾਂ ਦੀ ਨਿਗਾਹ ਸੀਗੀ ਉਸ ਪ੍ਰਾਪਰਟੀ ਦੇ ਉੱਤੇ। ਉਹ ਪ੍ਰਾਪਰਟੀ ਮੇਰਾ ਖਿਆਲ ਹੈ 3-4 ਹਜ਼ਾਰ ਕਰੋੜ ਰੁਪਏ ਦੀ ਹੋਣੀ ਹੈ, ਸ਼ਾਇਦ ਜ਼ਿਆਦਾ ਹੋਵੇ, ਸ਼ਾਇਦ ਵੀ ਕਿਸੇ ਤਰੀਕੇ ਨਾਲ ਉਹਨੂੰ ਸੇਲ ਕਰਕੇ ਤੇ ਉਹਨੂੰ ਵੀ ਵਰਤੀਏ ਕਿਸੇ ਨਾ ਕਿਸੇ ਪਾਸੇ, ਤੇ ਉਹ ਤਾਂ ਢਾਇਆ ਇਸ ਕਰਕੇ। ਜਦੋਂ ਕਿ ਅਸੀਂ ਉਹਦੇ ਉੱਤੇ ਕਾਫੀ ਪੈਸੇ ਲਾ ਕੇ ਉਹਨੂੰ ਰਿਪੇਅਰ ਕਰਾ ਲਿਆ ਸੀਗਾ, ਤੇ 2030 ਤੱਕ ਉਹਨੇ ਚੱਲਣਾ ਸੀਗਾ। 2030 ਤੱਕ ਉਹਦੀ ਮਿਆਦ ਸੀਗੀ, ਅਜੇ ਮਿਆਦ ਪਈ ਸੀ, ਉਹਦੀ 9 ਸਾਲ ਮਿਆਦ ਪਈ ਹੈ, ਤੇ ਲੇਕਿਨ ਇਹਨਾਂ ਦੀ ਨਿਗਾਹ ਟੇਢੀ ਸੀਗੀ, ਇਸ ਕਰਕੇ ਢਾਇਆ ਗਿਆ। ਹੁਣ ਬਿਜਲੀ ਸਮਝੌਤੇ 2 ਰੁਪਏ ਅਸੀਂ ਸਾਰੀਆਂ ਸਟੇਟਾਂ ਨਾਲੋਂ ਸਸਤੇ ਆ, ਸਾਡੇ ਨਾਲੋਂ ਮੱਧ ਪ੍ਰਦੇਸ਼ ਦਾ ਸਮਝੌਤਾ ਜਿਹੜਾ ਹੋਇਆ ਉਹ ਵੀ ਮਹਿੰਗਾ ਹੈ, UP ਦੇ ਜਿਹੜੇ ਹੋਏ ਉਹ ਵੀ ਮਹਿੰਗੇ ਆ। ਆਪਣੀ ਤਾਂ ਸਟੇਟ ਛੋਟੀ ਜਿਹੀ ਹੈ, ਆਪਣੇ ਥਰਮਲ ਪਲਾਂਟ ਹੀ ਸਾਰੇ 2 ਲੱਗੇ ਆ, ਤੇ ਉਹ 3 ਲੱਗੇ ਸੌਰੀ, ਤੇ ਉੱਥੇ ਤਾਂ 7-7 8-8 ਲੱਗੇ ਆ। ਸਾਡਾ 2 ਰੁਪਏ 80 ਕੇ 82 ਪੈਸੇ ਰੇਟ ਹੈ, ਤੇ ਉੱਥੇ ਤਾਂ ਸਾਡੇ ਨਾਲੋਂ 20 ਰੁਪਏ ਵੱਧਦਾ ਰੇਟ ਜਿਹੜਾ ਹੈਗਾ। ਇਹ ਸਭ ਜਿਹੜੀਆਂ ਹੈਗੀਆਂ ਪੋਲੀਟਿਕਸ ਚੱਲ ਰਹੀ ਹੈ ਸਾਰੀ ਜਿਹੜੀ ਹੈਗੀ। ਤੇ ਬਰਾੜ ਸਾਹਿਬ, ਮੇਰਾ ਇੱਕ ਲਾਸਟ ਸਵਾਲ ਹੈ, ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿੱਚ? ਦੇਖੋ ਜੀ, ਜਿਹੜਾ ਪ੍ਰਧਾਨ ਦਾ ਅਹੁਦਾ ਹੁੰਦਾ ਨਾ, ਬੜਾ ਸਤਿਕਾਰਯੋਗ ਹੁੰਦਾ ਹੈ। ਚਲੋ ਮੈਂ ਐਵੇਂ ਤੁਹਾਨੂੰ ਆਖਾਂ, ਮੈਂ ਕਦੇ ਕਿਸੇ ਕਨਫਰੰਟੇਸ਼ਨ ਦੇ ਵਿੱਚ ਨਹੀਂ ਪਿਆ ਗਾ। ਆਪਾਂ ਤਾਂ ਸਤਿਕਾਰ ਹੀ ਕਰਦੇ ਹਾਂ, ਚਾਹੇ ਵਿਰੋਧੀ ਧਿਰ ਦਾ ਹੋਵੇ ਬੰਦਾ, ਤੇ ਚਾਹੇ ਸਾਡੀ ਪਾਰਟੀ ਦਾ ਹੋਵੇ, ਚਾਹੇ ਸਾਡੇ ਨੂੰ ਟੁੱਟ ਕੇ ਵੀ ਗਏ ਲੀਡਰ, ਉਹਨਾਂ ਦਾ ਵੀ ਸਤਿਕਾਰ ਹੀ ਕਰਦੇ ਹਾਂ। ਮੈਂ ਤਾਂ ਕੈਪਟਨ ਸਾਹਿਬ ਦਾ ਵੀ ਕਰਦਾ, ਸਿੱਧੂ ਸਾਹਿਬ ਦਾ ਵੀ ਕਰਦਾ ਸਤਿਕਾਰ। ਪਰ ਗੱਲ ਇਹ ਹੈ ਕਿ ਜਿਹੜੇ ਸਿੱਧੂ ਸਾਹਿਬ ਹੈ, ਇੱਕ ਤਾਂ ਉਹਨਾਂ ਦਾ ਵੇ ਆਫ ਟਾਕਿੰਗ ਹੈ ਜਿਹੜਾ, ਉਹ ਪ੍ਰਧਾਨਗੀ ਵਾਲਾ ਹੈ ਨਹੀਂ ਗਾ। ਇੱਕ ਉਹਨਾਂ ਦੀ ਚਾਲ ਹੈ ਜਿਹੜੀ ਤੋਰ ਆ, ਉਹ ਪ੍ਰਧਾਨਗੀ ਵਾਲੀ ਹੈ ਨਹੀਂ ਗੀ। ਗੱਲਾਂ ਸਿੰਸੀਅਰਲੀ ਅਤੇ ਸੀਰੀਅਸਲੀ ਕਰਨੀਆਂ ਚਾਹੀਦੀਆਂ। ਹਾਸੇ ਮਖੌਲ ਦੇ ਵਿੱਚ ਜਾਂ ਐਂ ਚੱਕ ਦੂੰਗਾ, ਐਂ ਕਰ ਦੂੰਗਾ, ਹੱਥ ਮਾਰੋ ਮੂੰਹ ਦੇ ਵਿੱਚੋਂ, ਮਤਲਬ ਥੁੱਕ ਲਾ ਕੇ ਤੁਸੀਂ ਤਾੜੀ ਮਾਰੋ, ਤਾੜੀ ਠੋਕੋ, ਬੈਟ ਚਲਾਓ, ਇਹ ਗੱਲਾਂ ਇਹ ਪ੍ਰਧਾਨ ਦੇ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ। ਤਾਂ 70% ਤਾਂ ਸਿੱਧੂ ਫੇਲ ਹੋ ਗਿਆ, 30% ਮਾੜਾ ਮੋਟਾ ਰਹਿੰਦਾ, ਉਹ ਹੁਣ ਇਹਨਾਂ ਦੀ ਲੜਾਈ ਚੱਲੀ ਜਾਂਦੀ ਹੈ, ਫੇਲ ਹੋ ਜਾਣਾ ਉਹਨੇ। ਤੇ
ਮਨਤਾਰ ਸਿੰਘ ਬਰਾੜ ਇਹਨਾਂ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ? ਮੇਰੇ ਫਾਦਰ ਸਾਹਿਬ ਪੜ੍ਹਨ 'ਚ ਬਹੁਤ ਇੰਟੈਲੀਜੈਂਟ ਸੀਗੇ ਜੀ। ਮੇਰੇ ਫਾਦਰ ਸਾਹਿਬ ਨੇ ਯੂਨੀਵਰਸਿਟੀ 'ਚੋਂ ਲਾ ਕੀਤਾ ਸੀਗਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਤੇ ਉਹ ਪਿੱਛੋਂ ਵੀ ਪੜ੍ਹਦੇ ਰਹੇ। ਉਹਨਾਂ ਨੇ 3-4 MA ਵੀ ਕੀਤੀਆਂ ਔਰ BT ਵੀ ਕੀਤੀ ਉਹਨਾਂ ਨੇ। ਔਰ ਉਹ ਮੈਨੂੰ ਉਹਨਾਂ ਨੇ ਯੂਨੀਵਰਸਿਟੀ 'ਚੋਂ ਲਾ ਦੇ ਵਿੱਚ ਟੌਪ ਵੀ ਕੀਤਾ ਸੀਗਾ। ਤੇ ਉਹਨਾਂ ਨੇ ਮੈਨੂੰ ਆਖਿਆ ਸੀ, ਕਾਕਾ ਵੀ ਜਦੋਂ ਪੇਪਰ ਹੁੰਦੇ ਆ, ਆਮ ਬੱਚੇ ਜਿਹੜੇ ਪੇਪਰਾਂ ਤੋਂ 3-2.5 ਮਹੀਨੇ ਪਹਿਲਾਂ ਪੜ੍ਹਨਾ ਚਾਲੂ ਕਰਦੇ ਆ, ਉਦੋਂ ਪਹਿਲਾਂ ਖੜਮਸਤੀ ਕਰਦੇ ਆ। ਤੁਸੀਂ ਜਦੋਂ ਪੇਪਰ ਹੁੰਦੇ ਆ ਉਦੋਂ 15-20 ਦਿਨ ਜਿਹੜੀ ਜਿੱਥੇ ਜਾ ਕੇ ਆਉਣਾ ਜਾਇਓ, ਖੇਡਣਾ ਖੇਡ ਲਓ, ਉਦੋਂ ਬਾਅਦ ਨਾਲ ਦੀ ਨਾਲ ਆਪਦੀ ਤਿਆਰੀ ਕਰ ਦਿਓ, ਤੁਸੀਂ ਕਦੇ ਫੇਲ ਨਹੀਂ ਹੋ ਸਕਦੇਗੇ। ਇਸ ਕਰਕੇ ਮੈਂ ਤਾਂ ਜਦੋਂ ਇਲੈਕਸ਼ਨ ਹੁੰਦੀ ਹੈ ਜੋ 15-20 ਦਿਨ ਆਰਾਮ ਕਰ ਲਈਏ, ਉਦੋਂ ਬਾਅਦ ਆਪਦਾ ਕੰਮ ਨਾਲ ਦੀ ਨਾਲ ਫਿਰ ਸਟਾਰਟ ਕਰ ਦਈਦਾ। ਮੇਰੀ ਸਾਰੇ ਲੀਡਰਾਂ ਨਾਲ ਸਭ ਤੋਂ ਵੱਧ ਹਾਜ਼ਰੀ ਹੈ ਜਿਹੜੀ ਮੇਰੀ ਹਲਕੇ ਦੇ ਵਿੱਚ ਹੋਊਗੀ, ਤੁਸੀਂ ਚੈੱਕ ਕਰ ਲਓ ਸ਼ੁਰੂ ਤੋਂ ਲੈ ਕੇ ਹੁਣ ਤੱਕ। ਨਹੀਂ, ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਵਿਚਰਦੇ ਹੋ, ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ। ਤੇ ਇਹ ਸਨ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਮਨਤਾਰ ਸਿੰਘ ਬਰਾੜ, ਜੋ ਪਹਿਲੋਂ 5 ਚੋਣਾਂ ਲੜ ਚੁੱਕੇ ਨੇ। ਉਹਨਾਂ ਦੀ 6ਵੀਂ ਚੋਣ ਹੋਏਗੀ ਤੇ ਬਰਾੜ ਸਾਹਿਬ ਆਪਣੇ ਇਹਨਾਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਦੇ ਵਿੱਚ ਨੇ। ਟਫ ਫਾਈਟ ਹੋਏਗੀ ਤੇ ਮੁਕਾਬਲਾ ਟੱਕਰ ਦਾ ਇਸ ਵਾਰ ਹੋਏਗਾ। ਹੁਣ ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਜਿੰਨੀ ਫਾਈਟ ਦਿਲਚਸਪ ਹੋਏਗੀ, ਉਹਨਾਂ ਨਤੀਜਾ ਵੀ ਦਿਲਚਸਪ ਹੋਏਗਾ ਕਿ ਜਨਤਾ ਫਤਵਾ ਕਿਸ ਨੂੰ ਦਿੰਦੀ ਹੈ। ਕੈਮਰਾਮੈਨ ਪਰਵਿੰਦਰ ਦੇ ਨਾਲ ਮੈਂ ਜਸਮੀਤ ਕੌਰ, ਕੋਟਕਪੂਰਾ।